आप लेहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਹਿਤਾ ਸਕਤੂ ਸਿੱਖ ਨਿਹਾਲੂ, ਪਸਹਿ ਆਗਰੇ ਸਮਤ ਬਿਸਾਲੂ। ਦਰਸ਼ਨ ਸ਼੍ਰੀ ਅਰਜਨ ਕੇ ਆਏ, ਬੰਦਨ ਕਰਕੇ ਬੈਠ ਅਲਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੇ ਹਾਂ। ਸੰਧਿਆ ਦੇ ਦੀਵਾਨ ਸਜੇ ਹਨ। ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਸੋਦਾ ਰਹਿਰਾਸ ਸਾਹਿਬ ਦੇ ਪਾਠ ਔਰ ਆਰਤੀ ਆਰਤੇ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਮਨ ਬਿਰਤੀਆਂ ਨੂੰ ਸਤਿਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਜੋੜੀਏ। ਪੰਜਵੇਂ ਪਾਤਸ਼ਾਹ ਦੇ ਕੋਲ ਜਿਹੜੇ ਸਿੱਖ ਆ ਕੇ ਸੇਵਾ ਕਰਦੇ ਸਨ, ਜਪ ਤਪ ਕਰਦੇ ਸਨ, ਉਹਨਾਂ ਸਿੱਖਾਂ ਦੇ ਪ੍ਰਸੰਗ ਚੱਲ ਰਹੇ ਨੇ। ਭਾਈ ਮਨੀ ਸਿੰਘ ਜੀ ਨੇ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਦਾ ਟੀਕਾ ਲਿਖਿਆ। 11ਵੀਂ ਵਾਰ ਦੇ ਵਿੱਚ ਸਿੱਖਾਂ ਦੇ ਨਾਮ ਆਉਂਦੇ ਨੇ। ਸਿੱਖਾਂ ਦੀ ਵਾਰ ਹੈ ਉਹ। ਉਸੇ ਦੀ ਕਥਾ ਭਾਈ ਮਨੀ ਸਿੰਘ ਨੇ ਲਿਖੀ। ਸ਼ਹੀਦ ਜੀ ਨੇ ਸਿੱਖਾਂ ਦੀ ਭਗਤਮਾਲਾ ਪੋਥੀ। ਅੱਗੇ ਭਾਈ ਸੰਤੋਖ ਸਿੰਘ ਜੀ ਕਵੀਰਾਜ ਜੀ ਨੇ ਉਹਦਾ ਬਹੁਤ ਸੁੰਦਰ ਅਨੁਵਾਦ ਆਪਣੇ ਗ੍ਰੰਥ ਵਿੱਚ ਇਨ ਬੇਨਸ ਕਰ ਦਿੱਤਾ ਹੈ। ਕੋਈ ਆਪਣੇ ਕੋਲੋਂ ਮਹਾਂਪੁਰਸ਼ਾਂ ਨੇ ਵਾਧਾ ਘਾਟਾ ਨਹੀਂ ਕੀਤਾ। ਜਿਵੇਂ ਭਾਈ ਮਨੀ ਸਿੰਘ ਸਾਹਿਬ ਜੀ ਨੇ ਲਿਖਿਆ ਸੀ, ਉਸੇ ਤਰ੍ਹਾਂ ਇੱਥੇ ਅੰਕਿਤ ਕੀਤੇ ਪ੍ਰਸੰਗ ਸਾਰੇ। ਸਿਰਫ ਕਾਵਿ ਦੇ ਵਿੱਚ ਇਹ ਗ੍ਰੰਥ ਜਿਹੜਾ ਹੈ ਭਾਈ ਸਾਹਿਬ ਜੀ ਸੰਤੋਖ ਸਿੰਘ ਨੇ ਕਾਵਿ ਦੇ ਵਿੱਚ ਲਿਖਿਆ ਹੈ, ਅਤੇ ਜੋ ਪਹਿਲਾਂ ਸੀ ਉਹ ਸਾਧ ਸੰਗਤ ਜੀ ਨਸਰ ਦੇ ਵਿੱਚ ਵਾਰਤਕ ਦੇ ਵਿੱਚ ਲਿਖਿਆ ਸੀ। ਸੋ ਭਾਈ ਸਾਹਿਬ ਨੇ ਉਹਨੂੰ ਬੜੀ ਸੁੰਦਰ ਪੋਇਮ ਦੇ ਵਿੱਚ ਉਸ ਨੂੰ ਤਿਆਰ ਕਰਕੇ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਇਹ ਪ੍ਰਸੰਗ ਸੁਣੀਏ। ਗੁਰੂ ਅਰਜਨ ਦੇਵ ਜੀ ਕੋਲ ਕਿਹੜੇ ਕਿਹੜੇ ਸਿੱਖ ਕਿੱਥੋਂ ਕਿੱਥੋਂ ਚੱਲ ਕੇ ਆਉਂਦੇ ਸੀ। ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹਿਤਾ ਸਕਤੂ ਸਿੱਖ ਨਿਹਾਲੂ, ਭਾਈ ਮਹਿਤਾ ਸ਼ਕਤੂ ਅਤੇ ਭਾਈ ਨਿਹਾਲੂ, ਇਹ ਦੋ ਗੁਰਸਿੱਖ ਹੋਏ ਹਨ। ਪਸਹਿ ਆਗਰੇ ਸਮਤ ਬਿਸਾਲੂ। ਭਾਈ ਮਹਿਤਾ ਸ਼ਕਤੂ ਤੇ ਭਾਈ ਨਿਹਾਲੂ ਜੀ ਆਗਰੇ ਸ਼ਹਿਰ 'ਚ ਰਹਿੰਦੇ। ਆਗਰਾ ਦਿੱਲੀ ਤੋਂ ਅੱਗੇ, ਗਵਾਲੀਅਰ ਤੋਂ ਪਹਿਲੇ, ਦਿੱਲੀ ਤੋਂ 200 ਮੀਲ ਸਾਧ ਸੰਗਤ ਜੀ ਲਗਭਗ ਹੈ, ਜਿੱਥੇ ਹਿੰਦੁਸਤਾਨ ਦੀ ਰਾਜਧਾਨੀ ਵੀ ਰਹੀ ਹੈ ਬਹੁਤ ਚਿਰ। ਤਾਜ ਮਹਿਲ ਉੱਥੇ ਹੀ ਹੈ। ਕਈ ਵਾਰੀ ਮੁਗਲਾਂ ਨੇ ਦਿੱਲੀ ਰਾਜਧਾਨੀ ਬਣਾਈ, ਕਈ ਵਾਰੀ ਆਗਰੇ ਨੂੰ ਬਣਾਇਆ। ਆਗਰੇ ਸ਼ਹਿਰ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗ੍ਰਿਫਤਾਰੀ ਵੀ ਦਿੱਤੀ ਹੈ। ਆਗਰੇ ਸ਼ਹਿਰ ਵਿੱਚ ਭਾਈ ਗੁਰਦਾਸ ਜੀ ਨੂੰ ਵੀ ਗੁਰੂ ਰਾਮਦਾਸ ਜੀ ਨੇ ਪ੍ਰਚਾਰ ਲਈ ਭੇਜਿਆ ਸੀ। ਆਗਰੇ ਵਿੱਚ ਸਾਧ ਸੰਗਤ ਜੀ 10ਵੇਂ ਪਾਤਸ਼ਾਹ ਵੀ ਗਏ ਹਨ। ਉਹ ਆਗਰੇ 'ਚ ਬਹੁਤ ਸਿੱਖ ਪੁਰਾਣੇ ਸਮੇਂ ਤੋਂ ਰਹਿੰਦੇ ਹਨ। ਆਗਰੇ 'ਚ ਦੋ ਸਿੱਖ ਰਹਿੰਦੇ ਸੀ, ਭਾਈ ਸ਼ਕਤੂ ਤੇ ਭਾਈ ਨਿਹਾਲੂ। ਹਾਂਜੀ। ਦਰਸ਼ਨ ਸ਼੍ਰੀ ਅਰਜਨ ਕੇ ਆਏ। ਭਾਈ ਸ਼ਕਤੂ ਜੀ ਤੇ ਭਾਈ ਨਿਹਾਲੂ ਜੀ ਸਤਿਗੁਰੂ ਜੀ ਦੇ ਦਰਸ਼ਨਾਂ ਲਈ ਸ੍ਰੀ ਅੰਮ੍ਰਿਤਸਰ ਆਏ ਹਨ। ਹਾਂਜੀ। ਬੰਦਨ ਕਰਕੇ ਬੈਠ ਅਲਾਏ। ਮਹਾਰਾਜ ਨੂੰ ਮੱਥਾ ਟੇਕ ਕੇ ਚਰਨਾਂ 'ਚ ਬੈਠ ਗਏ ਹਨ ਤੇ ਬੇਨਤੀ ਕਰਦੇ ਹਨ। ਬਿਪਰ ਕਰਮ ਕਾਂਡੀ ਇਮ ਕਹਾ। ਇਹ ਮਹਾਰਾਜ ਜੀ ਜਿਹੜੇ ਬ੍ਰਾਹਮਣ ਕਰਮ ਕਾਂਡੀ ਹਨ, ਜਿਹੜੇ ਕਹਿੰਦੇ ਹਨ ਵੀ ਇਹ ਕਰਮ ਕਾਂਡ, ਕਰਮ ਨਾਲ ਹੀ ਮੁਕਤੀ ਹੁੰਦੀ ਹੈ। ਸਾਧ ਸੰਗਤ ਜੀ ਇਹ ਡੂੰਘੀਆਂ ਵਿਚਾਰਾਂ ਹਨ। ਜਿਹੜੇ ਵਿਦਾਂਤ ਦੇ ਗ੍ਰੰਥ ਹਨ ਉਹਨਾਂ ਵਿੱਚ ਤਾਂ ਗਿਆਨ ਨਾਲ ਮੁਕਤੀ ਮੰਨੀ ਹੈ। ਜਿਹੜੇ ਪੂਰਵ ਮੀਮਾਂਸਾ ਹੈ ਉਹਦੇ ਵਿੱਚ ਕਰਮ ਨਾਲ ਮੁਕਤੀ ਮੰਨੀ ਹੈ। ਇਹ 6 ਸ਼ਾਸਤਰਾਂ 'ਚ ਵੱਖਰੇ ਵੱਖਰੇ ਵਿਚਾਰ ਹਨ। ਪੂਰਵ ਮੀਮਾਂਸਾ ਵਾਲੇ ਜਿਹੜੇ ਹਨ ਮੀਮਾਂਸੂ, ਉਹ ਕਹਿੰਦੇ ਵੀ ਕਰਮ ਕਰਕੇ ਮੁਕਤੀ ਮਿਲਣੀ ਹੈ। ਵਿਦਾਂਤੀ ਕਹਿੰਦੇ ਆ ਗਿਆਨ ਨਾਲ ਮੁਕਤੀ ਮਿਲਣੀ ਹੈ। ਵੱਖਰੇ ਵੱਖਰੇ ਵਿਚਾਰ ਹਨ। ਜਿਹੜੇ ਕਰਮਕਾਂਡੀ ਬ੍ਰਾਹਮਣ ਹਨ ਉਹ ਇਸ ਤਰ੍ਹਾਂ ਕਹਿੰਦੇ ਹਨ, ਬਿਨ ਸ਼ੁਭ ਕਰਮ ਨਾ ਸ਼ੁਭ ਗਤ ਲਹੈ, ਕਿ ਸ਼ੁਭ ਕਰਮਾਂ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ। ਪਹਿਲਾਂ ਸ਼ੁਭ ਕਰਮ ਕਰੋ, ਚੰਗੇ ਕੰਮ ਕਰੋ,
ਦਾਨ ਪੁੰਨ ਕਰੋ, ਪੂਜਾ ਪਾਠ ਕਰੋ। ਜੋ ਵੀ ਕਰਮ ਕਾਂਡ ਹੈ ਸਨਾਤਨ ਧਰਮ ਦੀ ਮਰਜ਼ਾਦਾ ਹੈ, ਨਿਤਨੇਮ ਕਰਮ, ਨਿਤ ਕਰਮ, ਨਿਮਿਤ ਕਰਮ ਤੇ ਵਿਹਿਤ ਕਰਮ, ਉਹ ਸਾਰੇ ਕਰਮ ਕਰਨੇ ਪੈਂਦੇ ਆ। ਜਿਹੜੇ ਨਿਸ਼ੇਧ ਕਰਮ ਤਿਆਗਣੇ ਪੈਂਦੇ ਆ। ਉਹ ਜਿਹੜੇ ਕਰਮ ਕਾਂਡੀ ਹਨ ਉਹ ਕਹਿੰਦੇ ਹਨ ਵੀ ਕਰਮਾਂ ਨਾਲ ਹੀ ਮੁਕਤੀ ਹੁੰਦੀ ਹੈ। ਹਾਂਜੀ, ਨਿਤ ਕਰਮ ਤਰਪਣ ਗਾਇਤਰੀ। ਨਿਤ ਕਰਮ ਜਿਹੜੇ ਹਨ ਰੋਜ਼ ਕਰਨ ਵਾਲੇ, ਤਰਪਣ ਕਰਨਾ, ਗਾਇਤਰੀ ਦਾ ਪਾਠ ਕਰਨਾ, ਸੰਧਿਆ ਪੂਜਾ ਦੇਹ ਪਵਿੱਤਰੀ, ਔਰ ਸੰਧਿਆ ਪੂਜਾ ਕਰਨੀ, ਦੇਹ ਨੂੰ ਪਵਿੱਤਰ ਰੱਖਣਾ। ਹਾਂਜੀ, ਕਰਮ ਨਿਮਿਤ ਸ਼ਰਾਧ ਅਰਖਾਹਿਓ। ਔਰ ਜਿਹੜੇ ਨਿਮਿਤ ਕਰਮ ਹਨ ਉਹ ਵੀ ਕਰਨੇ ਪੈਣ। ਨਿਮਿਤ ਕਰਮ ਹੁੰਦੇ ਜਿਵੇਂ ਸ਼ਰਾਧ ਕਰਾਣੇ, ਆਪਣੇ ਬਜ਼ੁਰਗਾਂ ਦੇ ਨਿਮਿਤ, ਜਿਹੜੇ ਸਾਡੇ ਦਾਦੇ ਪੜਦਾਦੇ ਗੁਜ਼ਰ ਗਏ ਨੇ ਉਹਨਾਂ ਦੇ ਨਿਮਿਤ ਸ਼ਰਾਧ ਕਰਾਉਣਾ, ਉਹਨਾਂ ਦਾ ਕੋਈ, ਉਹਨਾਂ ਵਾਸਤੇ ਕੋਈ ਦਾਨ ਪੁੰਨ ਕਰਨਾ, ਇਹ ਨਿਮਿਤ ਕਰਮ ਹੁੰਦੇ ਹਨ। ਨਿਤ ਕਰਮ ਉਹਦੇ ਨੂੰ ਆਪਾਂ ਨਿਤਨੇਮ ਕਹਿੰਦੇ ਹਾਂ। ਸਵੇਰੇ ਉੱਠਣਾ, ਜਿਵੇਂ ਗੁਰਸਿੱਖੀ 'ਚ ਵੀ ਨਿਤਨੇਮ ਹੈ, ਪੰਜਾਂ ਬਾਣੀਆਂ ਦਾ ਪਾਠ ਕਰਨਾ, ਫਿਰ ਰਹਿ ਰਾਸ ਦਾ ਪਾਠ ਕਰਨਾ, ਸ਼ਾਮ ਨੂੰ ਸੌਣ ਵੇਲੇ ਕੀਰਤਨ ਸੋਹਿਲੇ ਦਾ ਪਾਠ ਕਰਨਾ, ਜਾਂ ਗੁਰਦੁਆਰੇ ਜਾਣਾ, ਕੀਰਤਨ ਸੁਣਨਾ, ਕਥਾ ਸੁਣਨੀ, ਇਹ ਨਿਤ ਕਰਮ ਹਨ ਸਾਡੇ। ਹਿੰਦੂਆਂ ਦੇ ਵਿੱਚ ਹਨ ਗਾਇਤਰੀ ਦਾ ਪਾਠ ਕਰਨਾ, ਤੇ ਇਸ ਤਰ੍ਹਾਂ ਜਿਹੜੇ ਉਹ ਰੋਜ਼ ਦੇ ਉਹਨਾਂ ਦੇ ਪੂਜਾ ਪਾਠ ਦੇ ਤੌਰ ਤਰੀਕੇ ਨਿਤ ਕਰਮ ਹਨ। ਤੇ ਜਿਹੜੇ ਹਨ ਨਿਮਿਤ ਕਰਮ, ਉਹ ਹਨ ਜਿਵੇਂ ਕੋਈ ਖਾਸ ਪ੍ਰੋਗਰਾਮ, ਸਾਲ ਪਿੱਛੋਂ ਸਰਾਧ ਆਉਂਦੇ ਨੇ, ਅਸੀਂ ਵੀ ਬਰਸੀ ਮਨਾਈਏ, ਅਖੰਡ ਪਾਠ ਕਰਾਉਂਦੇ ਹਾਂ ਸੰਤਾਂ ਮਹਾਂਪੁਰਸ਼ਾਂ ਦੀ, ਗੁਰੂਆਂ ਦੀ, ਜਾਂ ਕੋਈ ਨਗਰ ਕੀਰਤਨ ਹੁੰਦਾ ਹੈ, ਉਹ ਸਾਡਾ ਨਿਮਿਤ ਕਰਮ ਹੁੰਦਾ, ਖਾਸ ਟਾਈਮ 'ਤੇ ਹੁੰਦਾ, ਹਰ ਟਾਈਮ ਨਹੀਂ ਹੁੰਦਾ। ਉਹ ਸਾਧ ਸੰਗਤ ਜੀ ਸਾਲ 'ਚ ਇੱਕ ਵਾਰੀ, 2 ਵਾਰੀ, 5 ਵਾਰੀ ਹੋ ਸਕਦਾ, ਉਹਨੂੰ ਕਹਿੰਦੇ ਨਿਮਿਤ ਕਰਮ। ਪੁੱਛਿਆ ਵੀ ਅਖੰਡ ਪਾਠ ਕਾਹਦਾ ਰਖਾਇਆ? ਕਹਿੰਦੇ ਬਾਪੂ ਦੀ ਬਰਸੀ ਸੀ ਉਹਦਾ ਰਖਾਇਆ। ਅਖੰਡ ਪਾਠ ਕਾਹਦਾ ਰਖਾਇਆ? ਕਹਿੰਦੇ ਕੋਈ ਗੁਰਪੁਰਬ ਸੀ ਉਹਦਾ ਰਖਾਇਆ। ਉਹਨੂੰ ਕਹਿੰਦੇ ਨਿਮਿਤ, ਖਾਸ ਮਕਸਦ ਲਈ। ਜਿਹੜਾ ਨਿਤਨੇਮ ਦਾ ਹੁੰਦਾ ਉਹਨੂੰ ਨਿਤ ਕਰਮ ਕਹਿੰਦੇ ਆ। ਇਹ ਥੋੜ੍ਹਾ ਜਿਹਾ ਸਮਝਾਉਣਾ ਜ਼ਰੂਰੀ ਸੀ, ਇਸ ਕਰਕੇ ਪ੍ਰਸੰਗ ਨੂੰ ਸਮਝਣਾ ਪੈਂਦਾ ਸਾਧ ਸੰਗਤ ਜੀ। ਸੋ ਨਿਤ ਕਰਮ ਹੁੰਦਾ ਜਿਹੜਾ ਰੋਜ਼ ਕਰੀਏ, ਨਿਮਿਤ ਕਰਮ ਹੁੰਦਾ ਜਿਹੜਾ ਖਾਸ ਟਾਈਮ ਤੇ ਜ਼ਰੂਰੀ ਹੁੰਦਾ ਉਹ ਵੀ ਕਰਨਾ। ਹਾਂਜੀ, ਪਿੰਡ ਪਤਲ 10 ਗਾਤਰ ਜੇ ਆਹੋ। ਹਾਂ, ਹਿੰਦੂ ਧਰਮ ਦੇ ਵਿੱਚ ਬ੍ਰਾਹਮਣਾਂ ਨੇ ਮੰਨਿਆ ਹੋਇਆ ਵੀ ਪਿੰਡ ਪੱਤਲ ਕਿਰਿਆ, 10 ਗਾਤਰ ਕਰਨਾ, ਇਹ ਸਾਰੇ ਨਿਮਿਤ ਕਰਮ ਕਰਨੇ ਸਰਾਧਾਂ ਦੇ ਵਿੱਚ। ਹੋਰ ਕੋਈ ਖਾਸ ਕੌਰ ਦਿਹਾੜੇ ਤੇ ਕੋਈ ਪ੍ਰੋਗਰਾਮ, ਨਿਮਿਤ ਕਰਮ ਉਹਨੂੰ ਕਹਿੰਦੇ ਹਨ। ਹਾਂਜੀ, ਜੋ ਗਿਆਨੀ ਸੋ ਅਪਰ ਬਖਾਨੇ। ਪਰ ਗੁਰੂ ਜੀ ਜਿਹੜੇ ਦੂਜੇ ਪਾਸੇ ਗਿਆਨੀ ਪੁਰਸ਼ ਹਨ, ਆਤਮ ਗਿਆਨੀ ਹਨ, ਵਿਦੰਤੀ ਹਨ, ਗਿਆਨ ਵਾਲੇ ਹਨ, ਉਹ ਏਦਾਂ ਕਹਿੰਦੇ ਹਨ, ਕਰਮ ਸਹਿਤ ਤਨ ਮਿਥਿਆ ਮਾਨੇ। ਕਿ ਕਰਮ ਵੀ ਝੂਠੇ ਹਨ ਤੇ ਸਰੀਰ ਵੀ ਝੂਠਾ। ਸਰੀਰ ਹੀ ਝੂਠਾ ਤੇ ਉਹਦੇ ਨਾਲ ਕੀਤੇ ਕਰਮ ਵੀ ਝੂਠੇ ਹਨ। ਇਸ ਕਰਕੇ ਕਰਮਾਂ ਨਾਲ ਮੁਕਤੀ ਨਹੀਂ ਹੋਣੀ, ਮੁਕਤੀ ਗਿਆਨ ਨਾਲ ਹੋਣੀ। ਗਿਆਨੀ ਮੁਕਤੀ ਗਿਆਨ ਨਾਲ ਮੰਨਦੇ ਹਨ, ਕਰਮ ਕਾਂਡੀ ਕਰਮ ਨਾਲ ਮੁਕਤੀ ਮੰਨਦੇ ਹਨ। ਸਾਨੂੰ ਮਹਾਰਾਜ ਕਿਰਪਾ ਕਰਕੇ ਦੱਸੋ। ਹਾਂਜੀ, ਗਿਆਨ ਬਿਨਾ ਗਤ ਪਾਏ ਨਾ ਕੋਈ। ਗਿਆਨੀਆਂ ਦਾ, ਵਿਦੰਤੀਆਂ ਦਾ ਇਹ ਕਹਿਣਾ ਹੈ ਵੀ ਗਿਆਨ ਤੋਂ ਬਿਨਾਂ ਮੁਕਤੀ ਨਹੀਂ, ਕਿਸੇ ਦੀ ਵੀ ਨਹੀਂ ਹੁੰਦੀ। ਹਾਂਜੀ, ਵੇਦ ਨੇਮ ਕਰ ਉਚਰੇ ਸੋਈ। ਉਹ ਵੇਦਾਂ ਦਾ ਪ੍ਰਮਾਣ ਦਿੰਦੇ ਹਨ ਵੀ ਰਿਤੇ ਗਿਆਨਾ ਨਾ ਮੁਕਤੀ। ਰਿਤੇ ਗਿਆਨ ਭਾਵ ਗਿਆਨ ਤੋਂ ਬਿਨਾਂ ਕਿਸੇ ਦੀ ਮੋਕਸ਼ ਨਹੀਂ ਹੁੰਦੀ, ਕਲਿਆਣ ਨਹੀਂ ਹੁੰਦਾ। ਉਹਨਾਂ ਨੇ ਆਪਣੇ ਪ੍ਰਮਾਣ ਵੇਦ ਵਿੱਚੋਂ ਲੱਭੇ ਹੋਏ ਨੇ ਗਿਆਨੀਆਂ ਨੇ, ਤੇ ਕਰਮਕਾਂਡੀਆਂ ਨੇ ਵੀ ਆਪਣੇ ਸ਼ਲੋਕ ਯਾਦ ਕੀਤੇ ਹੋਏ ਨੇ। ਉਹ ਕਹਿੰਦੇ ਨੇ ਵੀ ਕਰਮਾਂ ਨਾਲ ਹੀ ਮੁਕਤੀ ਹੁੰਦੀ ਹੈ। ਵੀ ਜਿਹੜਾ ਰੋਜ਼ ਨਿਤ ਕਰਮ ਕਰਦਾ ਹੈ, ਨਿਮਿਤ ਕਰਮ ਕਰਦਾ ਹੈ, ਪ੍ਰਾਸ਼ਚਿਤ ਕਰਮ ਕਰਦਾ ਹੈ, ਵਿਹਿਤ ਕਰਮ ਕਰਦਾ ਹੈ, ਨਿਸ਼ੇਧ ਕਰਮਾਂ ਦਾ ਤਿਆਗ ਕਰਦਾ ਹੈ। 5 ਪ੍ਰਕਾਰ ਦੇ ਕਰਮ ਨੇ ਸਾਧ ਸੰਗਤ ਜੀ। ਨਿਤ ਕਰਮ ਜਿਵੇਂ ਪਹਿਲਾਂ ਦੱਸਿਆ ਰੋਜ਼ ਕਰਨ ਵਾਲੇ, ਨਿਮਿਤ ਕਰਮ ਜਿਹੜੇ ਖਾਸ ਪ੍ਰੋਗਰਾਮਾਂ 'ਤੇ ਕੀਤੇ ਜਾਂਦੇ ਆ, ਸਾਲ 'ਚ 1 ਵਾਰੀ 2 ਵਾਰੀ। ਜਾਂ ਤੀਜੇ ਹੁੰਦੇ ਆ ਵਿਹਿਤ ਕਰਮ, ਜਿਹੜੇ ਕਰਮ ਧਰਮ ਦੇ ਅਨੁਸਾਰ ਜਾਇਜ਼ ਹਨ। ਤੇ ਨਿਸ਼ਿਧ ਕਰਮ ਹੁੰਦੇ ਜਿਹੜੇ ਨਹੀਂ ਕਰਨੇ, ਚੋਰੀ, ਯਾਰੀ, ਠੱਗੀ, ਬੇਈਮਾਨੀ, ਧੋਖਾਧੜੀ, ਪਾਪ, ਕਿਸੇ ਦੀ ਹੱਤਿਆ ਕਰਨੀ, ਇਹ ਨਿਸ਼ਿਧ ਕਰਮ ਹਨ। ਪ੍ਰਾਸ਼ਚਿਤ ਕਰਮ ਕਿਹੜੇ ਹੁੰਦੇ ਨੇ? ਪ੍ਰਾਸ਼ਚਿਤ ਕਰਮ ਹੁੰਦੇ ਕੋਈ ਗਲਤੀ ਹੋ ਗਈ,
ਉਹਦੇ ਪ੍ਰਾਸ਼ਚਿਤ ਵਜੋਂ ਕਰਨਾ। ਜਿਵੇਂ ਕੋਈ ਕੁਰੈਤ ਹੋ ਜਾਵੇ ਤੇ 5 ਪਿਆਰੇ ਤਨਖਾਹ ਲਾ ਦਿੰਦੇ ਆ ਵੀ ਆਹ ਬਈ ਇੰਨੇ ਦਿਨ ਪੂਜਾ ਕਰੀ, ਇੰਨੇ ਦਿਨ ਪਾਠ ਕਰੀ, ਝਾੜੂ ਫੇਰੀ, ਭਾਂਡੇ ਮਾਂਜੀ, ਨਿਤਨੇਮ ਕਰੀ, ਇੰਨੀ ਬਾਣੀ ਜ਼ਿਆਦਾ ਪੜ੍ਹੀ। ਉਹਨੂੰ ਕਹਿੰਦੇ ਨੇ ਪ੍ਰਾਸ਼ਚਿਤ ਕਰਮ। ਹਿੰਦੂ ਧਰਮ ਦੇ ਵਿੱਚ ਵੀ ਪ੍ਰਾਸ਼ਚਿਤ ਕਰਮ ਹੁੰਦੇ ਆ। ਉਹ ਵੀ ਕਈ ਤਰ੍ਹਾਂ ਦੇ ਹੁੰਦੇ ਆ ਵੀ ਜੇ ਆਹ ਗਲਤੀ ਹੋ ਗਈ ਤਾਂ ਇੱਦਾਂ ਦਾ ਪ੍ਰਾਸ਼ਚਿਤ ਕਰੇ, ਇੱਦਾਂ ਦੀ ਗਲਤੀ ਹੋ ਗਈ ਤਾਂ ਇੱਦਾਂ ਦਾ ਪ੍ਰਾਸ਼ਚਿਤ ਕਰੇ। ਉਹ ਪ੍ਰਾਸ਼ਚਿਤ ਕਰਮ ਜਿਹੜੇ ਹਨ ਉਹਨਾਂ ਦੇ ਕਰਨ ਨਾਲ ਕਹਿੰਦੇ ਪਾਪ ਕੱਟੇ ਜਾਂਦੇ। 5 ਪ੍ਰਕਾਰ ਦੇ ਕਰਮ ਹਿੰਦੂ ਧਰਮ ਦੇ ਵਿੱਚ ਬ੍ਰਾਹਮਣਾਂ ਨੇ ਮੰਨੇ ਹਨ ਤੇ ਉਹ ਕਹਿੰਦੇ ਵੀ ਇਹਨਾਂ ਕਰਮਾਂ ਨਾਲ ਹੀ ਮੁਕਤੀ ਹੋ ਜਾਣੀ ਹੈ। ਦੂਜੇ ਪਾਸੇ ਜਿਹੜੇ ਵਿਦਾਂਤੀ ਹਨ, ਗਿਆਨੀ ਹਨ, ਉਹ ਕਹਿੰਦੇ ਹਨ ਵੀ ਨਹੀਂ, ਕਰਮ ਤੇ ਝੂਠੇ ਹਨ ਕਿਉਂਕਿ ਸਰੀਰ ਵੀ ਝੂਠਾ ਹੈ ਤੇ ਕਰਮ ਸਰੀਰ ਨਾਲ ਹੀ ਹੁੰਦੇ ਨੇ। ਜਿਹੜੇ ਸਰੀਰ ਝੂਠੇ ਨੇ ਉਹਨਾਂ ਦੇ ਨਾਲ ਕੀਤੇ ਕਰਮ ਵੀ ਝੂਠੇ ਨੇ। ਇਸ ਕਰਕੇ ਸਰੀਰ ਦੇ ਉਹਦੇ ਕਰਮ ਮੁਕਤੀ ਨਹੀਂ ਦੇ ਸਕਦੇ। ਮੁਕਤੀ ਗਿਆਨ ਨਾਲ ਹੋਣੀ ਹੈ। ਵਿਦਾਂਤੀ ਕਹਿੰਦੇ ਨੇ ਵੀ ਕਰਮ ਨਾਲ ਤੁਹਾਡਾ ਮਨ ਸ਼ੁੱਧ ਹੋ ਸਕਦਾ ਹੈ, ਅੰਤਸ਼ਕਰਣ ਸ਼ੁੱਧ ਹੋ ਸਕਦਾ ਹੈ, ਪਰ ਮੁਕਤੀ ਹੋਣੀ ਗਿਆਨ ਨਾਲ। ਤਾਂ ਗੁਰੂ ਜੀ ਆਪ ਸਾਨੂੰ ਕਿਰਪਾ ਕਰਕੇ ਦੱਸੋ ਵੀ ਗਿਆਨ ਨਾਲ ਮੁਕਤੀ ਹੁੰਦੀ ਹੈ ਕਿ ਕਰਮਾਂ ਨਾਲ ਹੁੰਦੀ ਹੈ? ਹਾਂਜੀ। ਹਮ ਕਿਸ ਗ੍ਰਹਿਣ ਕਰਾਂ ਹਿਤ ਧਾਰ। ਅਸੀਂ ਗੁਰੂ ਕੇ ਸਿੱਖ ਕਰਮ ਦਾ ਰਸਤਾ ਅਖਤਿਆਰ ਕਰੀਏ, ਭਾਵ ਕਰਮ ਕਾਂਡੀ ਬਣੀਏ, ਜਾਂ ਫਿਰ ਅਸੀਂ ਗਿਆਨ ਦਾ ਰਸਤਾ, ਜਿਹੜਾ ਬ੍ਰਹਮ ਗਿਆਨ ਦਾ ਰਸਤਾ ਮੁਕਤੀ ਦਾ ਮੰਨਿਆ ਜਾਂਦਾ ਵਿਦਾਂਤੀਆਂ ਵੱਲੋਂ, ਉਹ ਅਸੀਂ ਸਿਰਫ ਗਿਆਨ ਦੀ ਵਿਚਾਰ ਕਰੀਏ। ਸ਼੍ਰੀ ਮੁਖ ਤੇ ਤਬ ਕੀਨ ਉਚਾਰ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਦਾ ਸਵਾਲ ਸੁਣ ਕੇ ਕਹਿੰਦੇ ਹਨ, ਉਹਨਾਂ ਨੂੰ ਫਰਮਾਨ ਕਰਦੇ ਨੇ, ਸਤਿਗੁਰੂ ਸਮਝਾਉਂਦੇ ਨੇ। ਜਿਮਦ ਭਾਸ਼ੀਆ ਬੀਜ ਜਹਾਜ਼। ਮਹਾਰਾਜ ਕਹਿੰਦੇ ਭਾਈ ਜਹਾਜ਼ ਦੇ ਵਿੱਚ 2 ਭਾਸ਼ੀਆ ਹੁੰਦਾ, ਜਿਹੜਾ 2 ਭਾਸ਼ਾ ਬੋਲ ਲੈਂਦਾ। ਜੇ ਕੋਈ ਅੰਗਰੇਜ਼ੀ ਬੋਲਣ ਵਾਲਾ ਆਵੇ ਉਹਦੇ ਨਾਲ ਅੰਗਰੇਜ਼ੀ 'ਚ ਗੱਲ ਕਰ ਲੈਂਦਾ, ਉਹਦੀ ਗੱਲ ਪੰਜਾਬੀ ਬੰਦੇ ਨੂੰ ਦੱਸਣੀ ਉਹਨੂੰ ਪੰਜਾਬੀ 'ਚ ਦੱਸ ਦਿੰਦਾ। ਜਿਹੜੀ ਗੱਲ ਪੰਜਾਬੀ ਬੋਲਿਆ ਉਹ ਅੰਗਰੇਜ਼ ਨੂੰ ਅੰਗਰੇਜ਼ੀ 'ਚ ਦੱਸ ਦਿੰਦਾ। ਉਹਨੂੰ ਕਹਿੰਦੇ ਨੇ 2 ਭਾਸ਼ੀਆ। ਜਿਹੜਾ ਟਰਾਂਸਲੇਟਰ ਇੱਕ ਦੂਜੇ ਦੀ ਗੱਲ ਜਿਹੜੀ ਹੈ ਉਹ ਇੱਕ ਦੂਜੇ ਨੂੰ ਸਮਝਾ ਦਿੰਦਾ, 2 ਭਾਸ਼ਾ ਬੋਲਦਾ ਹੈ। ਹਾਂਜੀ। ਦੇਖ ਕਰਾਏ ਬਨਜ ਕੋ ਕਾਜ। ਜਿਹੜੇ 2 ਭਾਸ਼ੀਏ ਹੁੰਦੇ ਨੇ ਉਹ ਵਿੱਚ ਪੈ ਕੇ ਸੌਦੇ ਵਪਾਰ ਕਰਾਉਂਦੇ ਨੇ। ਜਹਾਜ਼ ਵਿੱਚ ਸੌਦੇ ਹੁੰਦੇ ਨੇ, ਬਾਹਰਲੇ ਮੁਲਕਾਂ ਵਿੱਚ ਵੀ ਇੱਕ ਭਾਸ਼ਾ ਬੋਲਣ ਵਾਲਾ, ਇੱਕ ਹੋਰ ਦੂਜੀ ਭਾਸ਼ਾ ਬੋਲਣ ਵਾਲਾ। ਇੱਕ ਨੇ ਸਮਾਨ ਖਰੀਦਣਾ, ਇੱਕ ਨੇ ਵੇਚਣਾ। ਗੱਲ ਕਿਵੇਂ ਕਰਨਗੇ? ਫਿਰ ਉਸ ਬੰਦੇ ਨੂੰ ਬੁਲਾਉਂਦੇ ਨੇ ਜਿਹੜਾ 2 ਭਾਸ਼ਾ ਜਾਣਦਾ ਹੋਵੇ। 2 ਭਾਸ਼ਾ ਜਾਣਨ ਵਾਲਾ ਉਹਨਾਂ ਦੀ ਗੱਲ ਵੀ ਸਮਝ ਲੈਂਦਾ, ਉਧਰ ਦੂਜਿਆਂ ਦੀ ਵੀ ਸਮਝ ਲੈਂਦਾ। ਇੱਕ ਦੀ ਗੱਲ ਦੂਜੇ ਨੂੰ ਸਮਝਾ ਦਿੰਦਾ ਉਹਦੀ ਭਾਸ਼ਾ 'ਚ। ਅੰਗਰੇਜ਼ੀ 'ਚ ਸੁਣ ਕੇ ਪੰਜਾਬੀ 'ਚ ਸਮਝਾਤੀ, ਪੰਜਾਬੀ ਵਾਲੇ ਦੀ ਸੁਣੀ ਅੰਗਰੇਜ਼ੀ 'ਚ ਸਮਝਾਤੀ। ਉਹਨੂੰ ਦੋਵੇਂ ਭਾਸ਼ਾ ਆਉਂਦੀਆਂ ਨੇ। ਜਾਂ ਮੰਨ ਲਓ ਕਿਸੇ ਨੂੰ ਫਾਰਸੀ ਆਉਂਦੀ ਹੈ, ਕਿਸੇ ਨੂੰ ਹਿੰਦੀ ਆਉਂਦੀ ਹੈ। ਹਿੰਦੀ ਵਾਲੇ ਦੀ ਗੱਲ ਫਾਰਸੀ ਵਾਲੇ ਨੂੰ ਸਮਝਾਤੀ ਫਾਰਸੀ 'ਚ, ਫਾਰਸੀ ਵਾਲੇ ਦੀ ਗੱਲ ਹਿੰਦੀ ਵਾਲੇ ਨੂੰ ਹਿੰਦੀ 'ਚ ਸਮਝਾਤੀ। ਉਹਨੂੰ ਕਹਿੰਦੇ ਨੇ 2 ਭਾਸ਼ੀਆ। ਜਹਾਜ਼ ਦੇ ਵਿੱਚ ਵੀ ਰਹਿੰਦੇ ਨੇ, ਮੰਡੀਆਂ ਦੇ ਵਿੱਚ ਜਿੱਥੇ ਸਾਧ ਸੰਗਤ ਜੀ ਸੌਦੇ ਹੁੰਦੇ ਨੇ, ਸ਼ੇਅਰ ਬਾਜ਼ਾਰ ਵਗੈਰਾ ਹੁੰਦੇ ਵੱਡੇ ਵੱਡੇ, ਉੱਥੇ 2 ਭਾਸ਼ੀਏ ਰਹਿੰਦੇ। ਉਹ ਲੋਕਾਂ ਦੇ ਸੌਦੇ ਕਰਾਉਂਦੇ ਆ। ਹਾਂਜੀ। ਤਿਮ ਸਤਿਨਾਮ ਮਹਾ ਅਬਿਰਾਮ। ਮਹਾਰਾਜ ਕਹਿੰਦੇ ਭਾਈ ਗੁਰੂ ਕੇ ਸਿੱਖੋ, ਸਾਨੂੰ ਗੁਰੂ ਨਾਨਕ ਦੇਵ ਜੀ ਨੇ ਬਹੁਤ ਵਧੀਆ ਦੁਭਾਸ਼ੀਆ ਸਤਿਨਾਮ ਸ੍ਰੀ ਵਾਹਿਗੁਰੂ ਦਿੱਤਾ ਹੈ। ਨਾਮ ਜਿਹੜਾ ਹੈ ਇਹ ਦੋਵੇਂ ਪਾਸੇ ਕੰਮ ਸਵਾਰਦਾ। ਕਰਮ ਵੀ ਬੰਦੇ ਦੇ ਸ਼ੁਭ ਕਰ ਦਿੰਦਾ ਤੇ ਗਿਆਨ ਵੀ ਨਾਮ ਦੁਆਰਾ ਹੀ ਹੁੰਦਾ ਹੈ। ਇਸ ਕਰਕੇ ਅਸੀਂ ਝਗੜੇ 'ਚ ਨਹੀਂ ਪੈਣਾ ਵੀ ਅਸੀਂ ਕਰਮ ਕਾਂਡੀ ਬਣੀਏ ਜਾਂ ਫਿਰ ਕਰਮ ਦਾ ਤਿਆਗ ਕਰਕੇ ਓਨਲੀ ਗਿਆਨੀ ਬਣੀਏ। ਨਹੀਂ, ਗੁਰੂ ਕੇ ਸਿੱਖਾਂ ਨੇ ਵਿਚਕਾਰਲਾ ਰਸਤਾ ਚੁਣਨਾ ਹੈ, ਨਾਮ ਜਪਣਾ ਹੈ। ਨਾਮ ਜਪਣ ਵਾਲੇ ਦਾ ਕਰਮ ਵੀ ਸੁਧਰ ਜਾਂਦਾ ਹੈ, ਨਾਮ ਜਪਣ ਵਾਲੇ ਨੂੰ ਆਤਮ ਗਿਆਨ ਵੀ ਹੋ ਜਾਂਦਾ ਹੈ। ਦੋਨੋਂ ਕੋ ਗਤ ਦੇ ਸੁਖ ਧਾਮ। ਇਹ ਜਿਹੜਾ ਨਾਮ ਹੈ ਦੋਵਾਂ ਨੂੰ ਸੁਖ ਦਿੰਦਾ ਹੈ। ਜਿਹੜੇ ਕਰਮ ਕਾਂਡੀ ਨੇ ਉਹ ਨਾਮ ਜਪਣ, ਉਹਨਾਂ ਦੀ ਵੀ ਮੁਕਤੀ ਨਾਮ ਨਾਲ ਹੋ ਜਾਂਦੀ ਹੈ। ਜੇ ਕੋਈ ਗਿਆਨੀ ਪੁਰਸ਼ ਨਾਮ ਜਪਣ,
ਤਾਂ ਉਹਨਾਂ ਦੀ ਵੀ ਨਾਮ ਨਾਲ ਮੁਕਤੀ ਹੋ ਜਾਂਦੀ ਹੈ। ਸਾਰਿਆਂ ਨੂੰ ਸੁੱਖ ਦਿੰਦਾ। ਸਾਧ ਸੰਗਤ ਜੀ ਸਾਰੇ ਇੱਕੋ ਜਿਹੇ ਨਹੀਂ ਹੋ ਸਕਦੇ। ਕਈ ਲੋਕ ਨਾ ਇਸੇ ਟੈਨਸ਼ਨ 'ਚ ਫਿਰਦੇ ਨੇ ਵੀ ਜਿੱਦਾਂ ਦੀ ਰਹਿਤ ਅਸੀਂ ਰੱਖਦੇ ਹਾਂ ਦੂਜੇ ਕਿਉਂ ਨਹੀਂ ਰੱਖਦੇ। ਵਾਹਿਗੁਰੂ ਨੇ ਵੱਖਰੀ ਵੱਖਰੀ ਦੁਨੀਆ ਬਣਾਈ ਹੈ। ਮੇਰੇ ਪ੍ਰਭ ਇੱਕ ਖੇਲ ਰਚਾਇਆ, ਕੋਏ ਨਾ ਕਿਸੀ ਜਿਹਾ ਉਪਾਇਆ। ਇੱਕ ਬੰਦੇ ਵਰਗਾ ਦੂਜਾ ਬੰਦਾ ਨਹੀਂ ਪੈਦਾ ਕੀਤਾ। ਇੱਕ ਬੰਦੇ ਦੀ ਸੋਚ ਦੂਜੇ ਬੰਦੇ ਦੀ ਸੋਚ ਤੋਂ ਵੱਖਰੀ ਹੁੰਦੀ ਹੈ। ਆ ਸਾਡੇ ਹੱਥ ਦੇ ਅੰਗੂਠੇ ਦੇ ਨਿਸ਼ਾਨ ਵੱਖਰੇ ਨੇ। ਸਾਧ ਸੰਗਤ ਜੀ ਦਰਖਤਾਂ ਦੇ ਪੱਤੇ ਵੱਖਰੇ ਨੇ। ਸਾਡੀਆਂ ਅੱਖਾਂ ਦੇ ਸਾਰੀਆਂ ਦੇ ਜਿਹੜੇ ਅੱਜ ਕੱਲ੍ਹ ਤੁਸੀਂ ਦੇਖਦੇ ਹੋ ਸਾਰਿਆਂ ਦੇ ਉਹ ਰੱਖਦੇ ਨੇ ਆਈ ਸੈਡ ਦਾ ਨਮੂਨਾ। ਕਿਉਂ? ਸਾਰਿਆਂ ਦਾ ਵੱਖਰਾ ਵੱਖਰਾ ਹੈ। ਮੇਰੇ ਵਾਹਿਗੁਰੂ ਨੇ ਕੋਈ ਵੀ ਬੰਦਾ ਇੱਕ ਵਰਗਾ ਦੂਜਾ ਨਹੀਂ ਬਣਾਇਆ। ਦੂਜੇ ਦੀ ਵਿਚਾਰ ਪੂਰੀ ਨਹੀਂ ਰਲਦੀ। ਕਿਸੇ ਦੀ ਅਕਲ ਰਲਦੀ ਹੋਵੇ ਤੇ ਸ਼ਕਲ ਨਹੀਂ ਰਲਦੀ, ਜੇ ਸ਼ਕਲ ਰਲਦੀ ਹੋਵੇ ਤੇ ਅਕਲ ਨਹੀਂ ਰਲਦੀ। ਮਹਾਰਾਜ ਕਹਿੰਦੇ ਮੇਰੇ ਪ੍ਰਭ ਇੱਕ ਖੇਲ ਰਚਾਇਆ, ਕੋਏ ਨਾ ਕਿਸੇ ਜਿਹਾ ਉਪਾਇਆ। ਕਈ ਬੰਦੇ ਜਿਹੜੇ ਹਨ ਉਹਨਾਂ ਨੂੰ ਕਰਮ ਕਾਂਡ ਕਰਕੇ ਸ਼ਾਂਤੀ ਮਿਲਦੀ ਹੈ। ਕਈ ਬੰਦੇ ਨੇ ਭਗਤੀ ਕਰਕੇ ਉਹਨਾਂ ਨੂੰ ਸ਼ਾਂਤੀ ਮਿਲਦੀ ਹੈ। ਕਈਆਂ ਨੂੰ ਬ੍ਰਹਮ ਗਿਆਨ ਨਾਲ ਸ਼ਾਂਤੀ ਮਿਲਦੀ। ਜਿਵੇਂ ਕਿਸੇ ਨੂੰ ਸ਼ਾਂਤੀ ਮਿਲਦੀ ਭਾਈ ਉਸੇ ਤਰ੍ਹਾਂ ਉਹ ਲੈ ਲਵੇ। ਗੁਰੂ ਨਾਨਕ ਸਾਹਿਬ ਨੇ ਕਿਸੇ ਨੂੰ ਤੰਗ ਨਹੀਂ ਕੀਤਾ। ਉਹਨਾਂ ਨੇ ਵਿਚਕਾਰਲਾ ਰਸਤਾ ਦੱਸਿਆ, ਨਾਮ ਜਪੋ, ਸਤਨਾਮ ਸ੍ਰੀ ਵਾਹਿਗੁਰੂ। ਇਹ ਸਾਰਿਆਂ ਦਾ ਕੰਮ ਸਵਾਰ ਦੇਗਾ। ਜਿਹੜੇ ਕਰਮ ਕਾਂਡੀ ਨੇ, ਜਿਹੜੇ ਕਹਿੰਦੇ ਵੀ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਅਸੀਂ ਨਿਤਨੇਮੀ ਹਾਂ, ਅਸੀਂ ਇਹ ਕਰਮ ਉੱਤੇ ਜ਼ੋਰ ਦਿੰਦੇ, ਰਹਿਤ ਮਰਿਆਦਾ ਤੇ ਜ਼ੋਰ ਦਿੰਦੇ, ਉਹਨਾਂ ਦਾ ਵੀ ਨਾਮ ਨਾਲ ਬੇੜਾ ਪਾਰ ਹੋ ਜਾਣਾ। ਜਿਹੜੇ ਕਹਿੰਦੇ ਵੀ ਕਰਮ ਕਾਂਡ ਦੀ ਲੋੜ ਨਹੀਂ, ਪਿਆਰ ਦੀ ਲੋੜ ਹੈ, ਸ਼ਰਧਾ ਦੀ ਲੋੜ ਹੈ, ਭਗਤੀ ਦੀ ਲੋੜ ਹੈ, ਉਹਨਾਂ ਨੂੰ ਵੀ ਨਾਮ ਦੁਆਰਾ ਮਹਾਰਾਜ ਪਾਰ ਲੰਘਾ ਦਿੰਦੇ। ਜਿਹੜੇ ਕਹਿੰਦੇ ਨਹੀਂ ਭਗਤੀ ਦੀ ਵੀ ਲੋੜ ਨਹੀਂ, ਆਤਮ ਗਿਆਨ ਨਾਲ ਹੀ ਮੁਕਤੀ ਹੋਣੀ ਹੈ, ਉਹਨਾਂ ਆਤਮ ਗਿਆਨੀਆਂ ਨੂੰ ਵੀ ਮਹਾਰਾਜ ਨਾਮ ਦੁਆਰਾ ਪਾਰ ਲੰਘਾ ਦਿੰਦੇ। ਸੋ ਨਾਮ ਜਿਹੜਾ ਹੈ ਨਾ ਇਹ ਦੁਭਾਸ਼ੀਆਂ ਦੀ ਤਰ੍ਹਾਂ ਦੋਵੇਂ ਪਾਸੇ ਕੰਮ ਸਵਾਰਦਾ। ਜਿਵੇਂ ਦੋ ਭਾਸ਼ਾ ਜਾਣਨ ਵਾਲਾ ਦੋਵੇਂ ਪਾਸੇ ਕੰਮ ਸਵਾਰ ਦਿੰਦਾ ਹੈ, ਇਸੇ ਤਰ੍ਹਾਂ ਨਾਮ ਕਰਮ ਕਾਂਡੀਆਂ ਦਾ ਵੀ ਭਲਾ ਕਰ ਦਿੰਦਾ ਹੈ ਤੇ ਨਾਮ ਗਿਆਨੀਆਂ ਦਾ ਵੀ ਭਲਾ ਕਰ ਦਿੰਦਾ ਹੈ। ਹਾਂਜੀ, ਗਿਆਨੀ ਕੇ ਨਿਤ ਹੋਏ ਸਹਾਇ। ਨਾਮ ਜਪਣ ਵਾਲਾ ਭਾਵੇਂ ਉਹ ਗਿਆਨੀ ਹੋਵੇ ਭਾਵੇਂ ਉਹ ਕਰਮ ਕਾਂਡੀ ਹੋਵੇ, ਨਾਮ ਉਹਦੀ ਸਹਾਇਤਾ ਕਰਕੇ ਉਹਨੂੰ ਅਸਲ ਨਿਸ਼ਾਨੇ ਤੇ ਪਹੁੰਚਾਉਂਦਾ ਹੈ। ਨਾਮ ਹੀ ਮੁਕਤੀ ਦਾ ਸਾਧਨ ਗੁਰੂ ਨਾਨਕ ਦੇਵ ਜੀ ਨੇ ਦੱਸਿਆ। ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਮਿਟੈ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੂਆ ਜੀਜੈ। ਰਾਜ ਜੋਬਨ ਵਿਸਰੰਤ ਹਰ ਮਾਇਆ, ਮਹਾ ਦੁਖ ਇਹੋ ਮਹਾਤ ਕਹੈ। ਆਸ ਪਿਆਸ ਰਮਣ ਹਰ ਕੀਰਤਨ, ਇਹੋ ਪਦਾਰਥ ਭਾਗਵੰਤ ਲਹੈ। ਸਰਣ ਸਮਰੱਥ ਅਕਥ ਅਗੋਚਰਾ, ਪਤਿਤ ਉਦਾਹਰਣ ਨਾਮ ਤੇਰਾ। ਅੰਤਰਜਾਮੀ ਨਾਨਕ ਕੇ ਸੁਆਮੀ, ਸਰਬਤ ਪੂਰਨ ਠਾਕਰ ਮੇਰਾ। ਨਾਮ ਸਾਰਿਆਂ ਸਾਧਨਾਂ ਤੋਂ ਵੱਡਾ ਸਾਧਨ ਹੈ। ਗਿਆਨ ਤੋਂ ਵੀ, ਭਗਤੀ ਤੋਂ ਵੀ, ਕਰਮ ਕਾਂਡ ਤੋਂ ਵੀ। ਇਹ ਸਾਰਿਆਂ ਤੋਂ ਉੱਚਾ ਸਾਧਨ ਹੈ ਕਲਯੁਗ ਦੇ ਵਿੱਚ। ਇਹਦੇ ਵਿੱਚ ਹੀ ਭਗਤੀ ਹੈ, ਇਹਦੇ ਵਿੱਚ ਹੀ ਸ਼ੁਭ ਕਰਮ ਹਨ, ਇਹਦੇ ਵਿੱਚ ਹੀ ਗਿਆਨ ਹੈ। ਹਾਂਜੀ, ਦ੍ਰਿੜ ਰਾਖਤ ਹੈ ਗਿਆਨ ਬਨਾਏ। ਹਾਂ, ਗਿਆਨੀ ਦੀ ਸਹਾਇਤਾ ਨਾਮ ਕਿਵੇਂ ਕਰਦਾ? ਗਿਆਨੀ ਪੁਰਸ਼ ਨਾਮ ਜਪੀ ਜਾਵੇ, ਉਹਦੇ ਗਿਆਨ ਨੂੰ ਦ੍ਰਿੜ ਕਰਕੇ ਰੱਖਦਾ, ਉਹ ਦ੍ਰਿੜ ਰਹਿੰਦਾ, ਪੱਕਾ ਰਹਿੰਦਾ। ਹਾਂਜੀ, ਅਹੰ ਬ੍ਰਹਮ ਇਹ ਬ੍ਰਿਤ ਸਦੀਵਾ। ਅਹੰ ਬ੍ਰਹਮ, ਮੈਂ ਬ੍ਰਹਮ ਰੂਪ ਹਾਂ, ਮੇਰੀ ਆਤਮਾ ਪਰਮੇਸ਼ਰ ਨਾਲ ਇੱਕਮਿਕ ਹੈ, ਇਹ ਆਤਮਾ ਹੀ ਪਰਮਾਤਮਾ ਹੈ। ਇਹ ਬਿਰਤੀ ਨਾਮ ਜਪਣ ਵਾਲੇ ਦੀ ਹਮੇਸ਼ਾ ਬਣੀ ਰਹਿੰਦੀ ਹੈ। ਹਾਂਜੀ, ਬਿਸਰ ਨ ਦੇਤ ਪਰ ਪੱਕੈ ਥੀਵਾ। ਵਾਹਿਗੁਰੂ 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 ਵਾਹਿਗੁਰੂ। ਇਹ ਅਭਿਆਸ ਕਰਨ ਨਾਲ ਬਿਰਤੀ ਟੁੱਟਦੀ ਨਹੀਂ। ਜਿਵੇਂ ਤੇਲ ਦੀ ਧਾਰਾ ਅਖੰਡ ਹੁੰਦੀ ਹੈ ਨਾ, ਇੱਦਾਂ ਨਾਮ ਅਭਿਆਸੀ ਦੇ ਅੰਦਰ ਬ੍ਰਹਮ ਗਿਆਨ ਦੀ ਜੋਤ ਲਗਾਤਾਰ ਜਗਦੀ ਰਹਿੰਦੀ ਹੈ। ਉਹ ਨਾਮ ਜਪਣ ਵਾਲੇ ਦੀ ਬਿਰਤੀ ਟੁੱਟਦੀ ਨਹੀਂ। ਤੇ ਜੇ ਕੋਈ ਕਰਮ ਕਰਨ ਵਾਲਾ ਹੈ ਉਹ ਵੀ ਨਾਮ ਜਪ ਕੇ ਮੁਕਤੀ ਪਾ ਜਾਂਦਾ ਹੈ। ਹਾਂਜੀ, ਕਰਮ ਕਾਂਡੀ ਕੋ ਕਰ ਨਿਸ਼ਕਾਮ। ਤੇ ਜਿਹੜਾ ਨਾਮ ਹੈ ਨਾ ਉਹ ਕਰਮ ਕਾਂਡੀ ਨੂੰ ਨਿਸ਼ਕਾਮ ਕਰ ਦਿੰਦਾ। ਕਰਮ ਕਾਂਡੀ ਲੋਕ ਕਰਮ ਤਾਂ ਕਰਦੇ ਨੇ ਪਰ ਨਿਸ਼ਕਾਮ ਘੱਟ ਹੀ ਹੁੰਦੇ ਨੇ।
ਕਾਮਨਾ ਬੜੀ ਹੁੰਦੀ, ਆਹ ਕੰਮ ਕਰੀਏ ਤੇ ਆਹ ਫਲ ਮਿਲ ਜਾਵੇ, ਆਹ ਕੰਮ ਕਰੀਏ ਤੇ ਆਹ ਫਲ ਮਿਲ ਜਾਵੇ। ਨਾਮ ਜਿਹੜਾ ਉਹਨੂੰ ਨਿਸ਼ਕਾਮ ਕਰ ਦਿੰਦਾ, ਮੰਗ ਨਹੀਂ ਕੋਈ ਰਹਿੰਦੀ। ਕਰਮ ਕਰ ਰਿਹਾ ਪਰ ਕਰਮ ਦੇ ਫਲ ਦੀ ਇੱਛਾ ਨਹੀਂ। ਭਗਵਾਨ ਗੀਤਾ 'ਚ ਕਹਿੰਦੇ ਅਰਜਨ ਤੂੰ ਆਪਣਾ ਕਰਮ ਕਰ, ਯੁੱਧ ਕਰਨਾ ਤੇਰਾ ਕਰਮ ਹੈ, ਪਰ ਉਹਦੇ ਫਲ ਦੀ ਇੱਛਾ ਨਾ ਰੱਖ ਵੀ ਮੈਂ ਜਿੱਤਾਂਗਾ ਜਾਂ ਮੈਂ ਹਾਰਾਂਗਾ। ਇਹ ਨਾ ਸੋਚ, ਬਸ ਯੁੱਧ ਕਰਨਾ ਤੇਰਾ ਕਰਮ ਹੈ, ਤੂੰ ਆਪਣਾ ਕਰਮ ਕਰ। ਗੁਰੂ ਨਾਨਕ ਸਾਹਿਬ ਵੀ ਇਹ ਕਹਿੰਦੇ ਤੂੰ ਕਰਮ ਕਰ ਪਰ ਫਲ ਦੀ ਇੱਛਾ ਨਾ, ਨਿਸ਼ਕਾਮ ਹੋ ਕੇ। ਸੇਵਾ ਕਰਤ ਹੋਏ ਨੇਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਜਿਹਦਾ ਸੇਵਾ ਕਰਦਿਆਂ ਨਿਸ਼ਕਾਮ ਹੋ ਗਿਆ ਉਹਨੂੰ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਮਿਲਦਾ ਹੈ। ਹਾਂਜੀ, ਅੰਤఃਕਰਣ ਬਿਮਲ ਅਬਿਰਾਮ। ਉਸ ਗੁਰਮੁਖ ਦਾ ਅੰਤਸ਼ਕਰਣ ਨਿਰਮਲ ਹੋ ਜਾਂਦਾ ਹੈ। ਜਿਹੜੇ ਗੁਰਮੁਖ ਦੇ ਅੰਦਰ ਸਾਧ ਸੰਗਤ ਜੀ ਨਿਸ਼ਕਾਮਤਾ ਆ ਜਾਂਦੀ ਹੈ। ਸ਼ੁਭ ਕਰਮ ਕਰਨਾ, ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰਨਾ। ਗੁਰੂ ਘਰ 'ਚ ਵੀ ਇਹ ਕਰਮ ਨਿਤ ਕਰਮ ਹਨ। ਕਿਹੜੇ? ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਫਿਰ ਬਾਣੀ ਦਾ ਨਿਤਨੇਮ ਕਰਨਾ, ਨਾਮ ਸਿਮਰਨ ਕਰਨਾ, ਗੁਰਦੁਆਰੇ ਜਾਣਾ, ਕੀਰਤਨ ਸੁਣਨਾ, ਕਥਾ ਸੁਣਨੀ, ਰਹਿਤ ਰੱਖਣੀ, ਪੰਜਾਂ ਕਕਾਰਾਂ ਦੀ ਰਹਿਤ ਰੱਖਣੀ, ਕੇਸਾਂ ਦੀ ਰਹਿਤ ਰੱਖਣੀ, ਦਸਤਾਰ ਸਜਾਣੀ, ਸ਼ਸਤਰ ਬਸਤਰ ਪਹਿਨਣੇ, ਪੂਜਾ ਪਾਠ, ਜਿਹੜੀ ਗੁਰੂ ਘਰ ਦੀ ਮਰਜ਼ਾਦਾ ਗੁਰਸਿੱਖੀ ਦੀ ਰਹਿਤ, ਇਹ ਕਰਮ ਹੀ ਹੈ। ਪਰ ਇਹ ਕਰਦਿਆਂ ਹੋਇਆਂ ਨਿਸ਼ਕਾਮ ਹੋ ਕੇ ਰਵੇ, ਫਲ ਨਾ ਮੰਗੇ। ਬਈ ਇਹ ਜੇ ਕੋਈ ਪੁੱਛੇ ਤੂੰ ਕੇਸ ਕਿਉਂ ਰੱਖੇ ਨੇ, ਬਈ ਗੁਰੂ ਦਾ ਹੁਕਮ ਹੈ, ਕੁਐਸਚਨ ਕੋਈ ਨਹੀਂ। ਕੋਈ ਮਿਲੇਗਾ ਕਹਿੰਦੇ ਕੁਛ ਵੀ ਨਹੀਂ ਚਾਹੀਦਾ। ਮਿਲਣਾ ਕੀ ਹੈ? ਗੁਰੂ ਦੀ ਮੋਹਰ ਸਾਂਭੀ ਹੋਈ ਹੈ, ਇਹ ਬੜਾ ਕੁਝ ਮਿਲਿਆ ਹੋਇਆ, ਹੋਰ ਨਹੀਂ ਕੁਝ ਚਾਹੀਦਾ। ਅੰਮ੍ਰਿਤ ਕਿਉਂ ਛਕਿਆ? ਨਾ ਗੁਰੂ ਦਾ ਹੁਕਮ ਹੈ। ਨਿਤਨੇਮ ਕਿਉਂ ਕਰਦੇ ਹੋ? ਗੁਰੂ ਦਾ ਹੁਕਮ ਹੈ। ਇਹਦੇ ਬਦਲੇ 'ਚ ਕੋਈ ਚਾਹੀਦਾ? ਨਹੀਂ, ਕੁਛ ਨਹੀਂ ਚਾਹੀਦਾ। ਇਹੋ ਜਿਹੀ ਅਵਸਥਾ ਹੋਵੇ, ਇਹ ਤੁਹਾਨੂੰ ਜਿਹੜੇ ਕਰਮ ਹਨ ਲੈ ਜਾਂਦੇ ਸੱਚਖੰਡ ਵੱਲ, ਨਿਸ਼ਕਾਮ ਕਰਦੇ। ਪਰ ਜੇ ਸੇਵਾ ਥੋੜ੍ਹੀ, ਮੰਗਣ ਬਹੁਤਾ। ਸੇਵਾ ਤੇ ਕੀਤੀ ਥੋੜ੍ਹੀ ਜੀ, ਨਿਤਨੇਮ ਦਾ ਕੀਤਾ ਥੋੜ੍ਹਾ ਜਿਹਾ, ਤੇ ਮੰਗਾਂ ਰੱਖਤੀਆਂ ਹਜ਼ਾਰਾਂ ਮਹਾਰਾਜ ਅੱਗੇ ਲਿਸਟਾਂ ਬਣਾ ਕੇ, ਬਾਬਾ ਜੀ ਆਹ ਵੀ ਚਾਹੀਦਾ, ਬਾਬਾ ਜੀ ਇਹ ਵੀ ਚਾਹੀਦਾ। ਫਿਰ ਕਹਿੰਦੇ ਮੰਗਾਂ ਤਾਂ ਪੂਰੀਆਂ ਹੋ ਜਾਣਗੀਆਂ, ਮਨ ਸ਼ੁੱਧ ਨਹੀਂ ਹੋਏਗਾ, ਮਨ ਦੀ ਮੈਲ ਨਹੀਂ ਉਤਰੇਗੀ। ਹਾਂਜੀ, ਬਾਹਰ ਗਿਆਨ ਕੀ ਪ੍ਰਾਪਤ ਕਰੈ। ਕਹਿੰਦੇ ਜਿਹੜਾ ਨਿਸ਼ਕਾਮ ਹੋ ਕੇ ਸੇਵਾ ਕਰੇ, ਨਿਸ਼ਕਾਮ ਹੋ ਕੇ ਨਿਤਨੇਮ ਕਰੇ, ਨਿਸ਼ਕਾਮ ਹੋ ਕੇ ਬਾਣੀ ਪੜ੍ਹੇ, ਉਹਨੂੰ ਫਿਰ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਹ ਸਾਰਾ ਕੁਝ ਤਾਂ ਹੁੰਦਾ ਜੇ ਨਾਲ ਨਾਲ ਨਾਮ ਜਪੀ ਜਾਵੇ, ਵਾਹਿਗੁਰੂ 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 ਤੂੰ ਹੀ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗਿਆ ਮੇਰਾ। ਮੇਰਾ ਨਹੀਂ ਮਹਾਰਾਜ, ਮੈਂ ਕੁਛ ਨਹੀਂ ਕਰ ਸਕਦਾ, ਤੂੰ ਹੀ ਹੈ ਸਾਰਾ ਕੁਛ। ਇੱਦਾਂ ਦੀ ਅਵਸਥਾ ਨਾਮ ਜਪ ਕੇ ਬਣਦੀ ਹੈ, ਹੌਲੇ ਹੌਲੇ ਮੁਕਤੀ ਦਾ ਅਧਿਕਾਰੀ ਬਣ ਜਾਂਦਾ ਹੈ। ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ 'ਚ ਬੜੀ ਵੱਡੀ ਸ਼ਕਤੀ ਹੈ, ਬਹੁਤ ਵੱਡੀ ਤਾਕਤ ਹੈ ਨਾਮ ਦੇ ਵਿੱਚ। ਹਾਂਜੀ, ਇਸ ਕਰਕੇ ਸਿੱਖੋ ਤੁਸੀਂ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ। ਤੁਸੀਂ ਇਸ ਚੱਕਰ 'ਚ ਨਹੀਂ ਪੈਣਾ ਵੀ ਅਸੀਂ ਕਰਮ ਕਾਂਡ ਕਰੀਏ ਜਾਂ ਅਸੀਂ ਵਿਦਾਂਤੀ ਬਣ ਜਾਈਏ। ਨਾਮ ਤੋਂ ਬਿਨਾਂ ਕਈ ਵਿਦਾਂਤੀ ਵੀ ਖੁਸ਼ਕ ਹੋ ਜਾਂਦੇ ਆ ਸਾਧ ਸੰਗਤ। ਅਸੀਂ ਦੇਖਿਆ, ਪਰ ਮੈਂ ਬ੍ਰਹਮਾ ਬਸ ਕਹਿੰਦੇ ਮੈਂ ਹੀ ਰੱਬ ਹਾਂ। ਕੋਈ ਪੂਜਾ ਨਹੀਂ, ਕੋਈ ਪਾਠ ਨਹੀਂ, ਨਿਤਨੇਮ ਦੀ ਕੋਈ ਲੋੜ ਨਹੀਂ, ਉਹ ਹੰਕਾਰੀ ਹੋ ਜਾਂਦੇ। ਤੇ ਜਿਹੜੇ ਦੂਜੇ ਪਾਸੇ ਕਰਮਕਾਂਡੀ ਨੇ ਉਹ ਬੜੇ ਕੱਟੜ ਹੋ ਜਾਂਦੇ। ਕਰਮਕਾਂਡੀ ਜਿਹੜੇ ਨੇ ਉਹ ਆਪਣੇ ਇੰਨੇ ਕੱਟੜ ਹੋ ਜਾਂਦੇ ਵੀ ਨਾ ਇਹਨੂੰ ਹੱਥ ਲੱਗ ਗਿਆ, ਇਹ ਨਹੀਂ ਮੈਂ ਖਾਣਾ, ਆਹ ਹੋ ਗਿਆ, ਇਹ ਨਹੀਂ ਕਰਨਾ, ਇੱਦਾਂ ਨਹੀਂ ਕਰਨਾ, ਉਹ ਨਹੀਂ ਕਰਨਾ। ਉਹ ਫਿਰ ਇੰਨੇ ਲੋਕਾਂ ਨੂੰ ਪਰੇ ਪਰੇ ਕਰੀ ਜਾਂਦੇ, ਸਮਾਜ ਤੋਂ ਵੀ ਟੁੱਟ ਜਾਂਦੇ ਆ। ਹੋਰ ਵੀ ਕਈ ਤਰ੍ਹਾਂ ਦਾ ਹੰਕਾਰ ਮਨ 'ਚ ਲਈ ਫਿਰਦੇ ਆ ਵੀ ਅਸੀਂ ਬੜੇ ਉੱਤਮ ਹਾਂ, ਅਸੀਂ ਬੜੇ ਸ੍ਰੇਸ਼ਟ ਹਾਂ। ਨਹੀਂ, ਗੁਰੂ ਦਾ ਮਾਰਗ ਜਿਹੜਾ ਹੈ ਨਾ ਉਹ ਸਹਿਜ ਮਾਰਗ ਹੈ। ਕਰਮ ਵੀ ਜਿੰਨਾ ਜ਼ਰੂਰ ਹੀ ਕਰਨਾ, ਜਿੰਨੀ ਰਹਿਤ ਗੁਰੂ ਨੇ ਦੱਸੀ ਉਹ ਵੀ ਰੱਖਣੀ ਹੈ, ਪਰ ਰਹਿਤ ਦਾ ਹੰਕਾਰ ਨਹੀਂ ਕਰਨਾ। ਰਹਿਤ ਦੇ ਮਾਮਲੇ 'ਚ ਲੋਕਾਂ ਨਾਲ ਲੜੀ ਜਾਣਾ ਵੀ ਤੂੰ ਵੀ ਇੱਦਾਂ ਰੱਖ ਜਿੱਦਾਂ ਮੈਂ ਰੱਖਦਾ। ਆਪ ਭਾਈ ਤੈਨੂੰ ਜਿੱਦਾਂ ਗੁਰੂ ਨੇ ਕਿਹਾ ਤੂੰ ਕਮਾ, ਦੂਜਿਆਂ ਦੇ ਸਿਰ ਤੇ ਥੋਪਣਾ ਨਹੀਂ। ਅਸੀਂ ਧਰਮ ਨੂੰ ਦੂਜਿਆਂ ਤੇ ਫਟਾਫਟ ਥੋਪਣ ਲੱਗ ਜਾਂਦੇ, ਆਪਣੇ ਵਿਚਾਰ ਦੂਜਿਆਂ ਦੇ ਥੋਪਣੇ, ਇਹ ਸਾਡੀ ਆਬਾਦੀ ਬਣ ਚੁੱਕੀ ਹੈ।
ਤਾਂ ਦੂਜੇ ਪਾਸੇ ਜਿਹੜੇ ਵਿਦਾਂਤੀ ਹਨ ਖੁਸ਼ਕ ਹੋ ਕਹਿੰਦੇ ਕੋਈ ਲੋੜ ਨਹੀਂ, ਜੋ ਮਰਜ਼ੀ ਕਰੀ ਜਾਓ, ਆਪਾਂ ਬ੍ਰਹਮ ਰੂਪੀਆਂ ਮੁਕਤੀਆਂ। ਪਰ ਨਹੀਂ, ਜਿਹੜਾ ਨਾਮ ਹੈ ਨਾ, ਨਾਮ ਸਾਨੂੰ ਸ਼ੁਭ ਕਰਮ ਵੀ ਕਰਾਉਂਦਾ ਹੈ ਤੇ ਨਾਮ ਸਾਡੇ ਅੰਦਰ ਬ੍ਰਹਮ ਗਿਆਨ ਦੀ ਜੋਤ ਵੀ ਜਗਾਉਂਦਾ ਹੈ। ਗੁਰੂ ਨਾਨਕ ਦੇ ਘਰ ਨਾਮ ਹੀ ਹੈ। ਨਾਨਕ ਕੈ ਘਰ ਕੇਵਲ ਨਾਮ, ਕੇਵਲ ਨਾਮ ਜਪੋ ਰੇ ਪ੍ਰਾਨੀ, ਪਰੋ ਏਕ ਕੀ ਸਰਨਾ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹਾਂਜੀ, ਸਿਮਰਨ ਕਰਹੁ ਲਹਹੁ ਸੁਖ ਧਾਮ। ਗੁਰੂ ਅਰਜਨ ਦੇਵ ਜੀ ਕਹਿੰਦੇ, ਭਾਈ ਸ਼ਕਤੂ, ਭਾਈ ਨਿਹਾਲੂ, ਜੇ ਤੁਸੀਂ ਸਤਨਾਮ ਦਾ ਸਿਮਰਨ ਕਰੋਗੇ ਤੇ ਤੁਹਾਨੂੰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਘਰ ਪ੍ਰਾਪਤ ਹੋਵੇਗਾ, ਸੱਚਖੰਡ ਜਾਓਗੇ, ਮੁਕਤੀ ਹੋਵੇਗੀ, ਇਹ ਜਨਮ ਮਰਨ ਤੁਹਾਡਾ ਕੱਟਿਆ ਜਾਏਗਾ। ਜੇ ਤੁਸੀਂ ਨਾਮ ਤੋਂ ਬਿਨਾਂ ਹੋਰ ਚੱਕਰਾਂ 'ਚ ਪੈ ਗਏ, ਕਿਸੇ ਬੰਨੇ ਵੀ ਨਹੀਂ ਲੱਗੋਗੇ। ਇਸ ਕਰਕੇ ਵਿਹਲੇ ਬਹੁਤੇ ਫੋਕਟ ਵਿਚਾਰਾਂ 'ਚ ਨਹੀਂ ਪੈਣਾ। ਕੋਈ ਕਹੇ ਜੀ ਕਰਮਕਾਂਡੀ ਬਣੋ, ਕੋਈ ਕਹੇ ਜੀ ਗਿਆਨੀ ਬਣੋ। ਉਹਨੂੰ ਕਹੋ ਵੀ ਸਾਡੇ ਗੁਰੂ ਨੇ ਤੇ ਸਾਨੂੰ ਸਿੱਧਾ ਰਾਹ ਦਿੱਤਾ ਨਾਮ ਦਾ, ਅਸੀਂ ਤੇ ਨਾਮ ਜਪਣਾ ਭਾਈ, ਜਿਵੇਂ ਤੈਨੂੰ ਚੰਗਾ ਲੱਗਦਾ ਤੂੰ ਕਰੀ ਜਾ, ਸਾਨੂੰ ਤਾਂ ਗੁਰੂ ਨੇ ਨਾਮ ਦਿੱਤਾ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ, ਗੁਰੂ ਪਾਰ ਉਤਾਰਨ ਹਾਰ। ਹਾਂਜੀ, ਸੁਨ ਤਿਨ ਗੁਰ ਤੇ ਨਾਮ ਸੰਭਾਰਾ। ਭਾਈ ਸ਼ਕਤੂ, ਭਾਈ ਨਿਹਾਲੂ ਗੁਰੂ ਅਰਜਨ ਦੇਵ ਜੀ ਦੇ ਬਚਨ ਸੁਣ ਕੇ ਸਤਨਾਮ ਸ੍ਰੀ ਵਾਹਿਗੁਰੂ ਜਪਣ ਲੱਗ ਪਏ, ਨਾਮ ਨੂੰ ਸੰਭਾਲ ਲਿਆ। ਇੱਕ ਇੱਕ ਸਵਾਸ ਕੀਮਤੀ ਹੈ ਸਾਧ ਸੰਗਤ ਜੀ। ਅੱਜ ਜਿੰਨੇ ਸਵਾਸ ਜਾ ਰਹੇ ਨੇ ਬਿਰਥੇ, ਇਹ ਸੰਭਾਲੋ। ਹਰ ਸਵਾਸ ਨਾਲ ਆਖੋ ਵਾਹਿਗੁਰੂ 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 ਵਾਹਿਗੁਰੂ। ਦਮ ਦਮ ਸਦਾ ਸੰਭਾਲਦਾ, ਦਮ ਨ ਬਿਰਥਾ ਜਾਏ, ਦਮ ਦਮ ਸਦਾ ਸੰਭਾਲਦਾ, ਦਮ ਨ ਬਿਰਥਾ ਜਾਏ। ਇੱਕ ਵੀ ਸਵਾਸ ਜਮਦੂਤਾਂ ਨੇ ਜਦੋਂ ਆ ਕੇ ਦਰਸ਼ਨ ਦੇਣੇ ਨਾ, ਮੌਤ ਸਾਹਮਣੇ ਆਣੀ, ਉਹਨਾਂ ਨੂੰ ਕਹੇ 1 ਮਿੰਟ ਠਹਿਰ ਜਾਓ, ਇੱਕ ਸਾਹ ਹੋਰ ਲੈ ਲੈਣੇ, ਉਹਨਾਂ ਇੱਕ ਸਾਹ ਵੀ ਵਾਧੂ ਨਹੀਂ ਲੈਣ ਦੇ, ਉਸੇ ਵੇਲੇ ਤੁਰਨਾ। ਉਸ ਤੋਂ ਪਹਿਲਾਂ ਜਿੰਨਾ ਕੁ ਟਾਈਮ ਹੈ, ਸਵਾਸ ਸਵਾਸ ਵਾਹਿਗੁਰੂ 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 ਜਪੋ। ਹਾਂਜੀ, ਅੰਤ ਪਰਮ ਪਦ ਲਹਿਓ ਸਖਾਰਾ। ਇਹ ਭਾਈ ਸ਼ਕਤੂ ਜੀ, ਭਾਈ ਨਿਹਾਲੂ ਜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਨਾਮ ਜਪਦੇ ਹੋਏ ਮੁਕਤੀ ਨੂੰ ਪ੍ਰਾਪਤ ਹੋਏ, ਪਰਮੇਸ਼ਰ ਦੇ ਸਰੂਪ ਵਿੱਚ ਜਾ ਲੀਨ ਹੋਏ। ਇੱਕ ਗੜੀਅਲ ਔਰ ਮਥਰਾ ਦਾਸ। ਇੱਕ ਸਿੱਖ ਦਾ ਨਾਮ ਸੀ ਭਾਈ ਗੜੀਅਲ ਜੀ ਤੇ ਦੂਜੇ ਸਨ ਭਾਈ ਮਥਰਾ ਦਾਸ ਜੀ। ਹਾਂਜੀ, ਆਏ ਦਰਸ ਕੀਨੋ ਗੁਰ ਪਾਸ। ਭਾਈ ਗੜੀਅਲ, ਭਾਈ ਮਥਰਾ ਦਾਸ ਗੁਰੂ ਅਰਜਨ ਦੇਵ ਜੀ ਦੇ ਕੋਲ ਆਏ ਤੇ ਮੱਥਾ ਟੇਕਿਆ। ਢੋਵਹਿ ਕੋਟ ਕਿਰਤ ਇਹ ਧਰਾ। ਇਹ ਸਾਧ ਸੰਗਤ ਜੀ ਭਾਰ ਢੋਣ ਦਾ ਕੰਮ ਕਰਦੇ ਸੀਗੇ। ਜਿਵੇਂ ਕੁੱਲੀ ਨਹੀਂ ਹੁੰਦੇ ਸਟੇਸ਼ਨਾਂ ਦੇ ਉੱਤੇ ਭਾਰ ਢੋਂਦੇ ਆ, ਇੱਦਾਂ ਇਹ ਗਰੀਬ ਸਿੱਖ ਵਿਚਾਰੇ ਆਪਣੇ ਸਰੀਰ ਦੇ ਨਾਲ ਮਿਹਨਤ ਕਰਕੇ ਪ੍ਰਸ਼ਾਦਾ ਛਕਦੇ ਸੀਗੇ। ਜਾਂ ਮੰਨ ਲਓ ਕੋਈ ਗੱਡਾ ਰੇੜਾ ਰੱਖਿਆ, ਉਹਦੇ ਤੇ ਭਾਰ ਢੋਣਾ, ਭਾਰ ਬਰਦਾਰੀ ਦਾ ਕੰਮ ਕਰਦੇ ਸੀ, ਲੋਕਾਂ ਦਾ ਮਾਲ ਢੋਂਦੇ ਸੀ। ਜਿਵੇਂ ਅੱਜ ਕੱਲ੍ਹ ਟਰੱਕਾਂ ਵਾਲੇ ਟਰੱਕਾਂ ਦੇ ਉੱਤੇ ਭਾਰ ਢੋਂਦੇ ਨੇ, ਉਸ ਜ਼ਮਾਨੇ 'ਚ ਰੇੜੇ ਗੱਡਿਆਂ ਤੇ, ਖੱਚਰਾਂ ਤੇ, ਊਂਠਾਂ ਤੇ ਲੋਕ ਭਾਰ ਢੋਇਆ ਕਰਦੇ ਸੀ। ਭਾਈ ਗੜੀਅਲ ਜੀ, ਭਾਈ ਮਥਰਾ ਦਾਸ ਜੀ ਲੋਕਾਂ ਦਾ ਭਾਰ ਢੋ ਕੇ ਉਹਨਾਂ ਦੇ ਘਰਾਂ 'ਚ ਪਹੁੰਚਾਉਂਦੇ ਸੀ। ਹਾਂਜੀ, ਗੁਰ ਸਿੱਖੀ ਕੋ ਧਾਰਨ ਕਰੈ। ਪਰ ਗੁਰੂ ਦੇ ਪਿਆਰੇ ਸਿੱਖ ਸਨ, ਗੁਰਸਿੱਖੀ ਦੀ ਰਹਿਤ ਰੱਖਦੇ ਸਨ, ਗੁਰਸਿੱਖੀ ਦੀ ਮਰਿਆਦਾ 'ਚ ਰਹਿੰਦੇ ਸਨ। ਹਾਂਜੀ, ਸੁਤ ਬਨਤਾ ਚੁੱਤ ਸਿੱਖਿਆਨ ਸੇਵਾ। ਆਪਣੀ ਪਤਨੀ ਤੇ ਬੱਚਿਆਂ ਸਮੇਤ ਸੰਗਤ ਦੀ ਸੇਵਾ ਕਰਦੇ ਸੀ। ਆਪਣੀ ਘਰ ਵਾਲੀਆਂ ਨੂੰ ਵੀ ਇਹ ਮੱਤ ਦਿੱਤੀ ਸੀ ਵੀ ਭਾਈ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਕਰਨੀ ਹੈ। ਬੱਚਿਆਂ ਨੂੰ ਵੀ ਸੀ ਵੀ ਗੁਰਸਿੱਖਾਂ ਦੀ ਸੇਵਾ ਕਰਨੀ। ਜਿਹੜਾ ਸੇਵਾ ਦਾ ਪਾਠ ਬੱਚਿਆਂ ਨੂੰ ਨਹੀਂ ਨਾ ਅਸੀਂ ਸਿਖਾਉਂਦੇ ਸਾਧ ਸੰਗਤ ਜੀ। ਅੱਜ ਕੱਲ੍ਹ ਮੈਂ ਦੇਖਿਆ ਇੱਥੇ ਪਹਿਲੀ ਗੱਲ ਤਾਂ ਗੁਰਦੁਆਰੇ ਆਪਣੇ ਐਤਵਾਰ ਨੂੰ ਸੰਗਤ ਜ਼ਿਆਦਾ ਆਉਂਦੀ ਹੈ ਤੇ ਵੱਡੀ ਉਮਰ ਦੇ ਆਉਂਦੇ ਆ। 15 ਸਾਲ ਤੋਂ ਲੈ ਕੇ 25 ਸਾਲ ਦੇ ਬੱਚੇ ਬਹੁਤ ਘੱਟ ਆਉਂਦੇ ਆ। ਮੇਰਾ ਖਿਆਲ ਹੈ, ਮੈਂ ਗਿਣਿਆ ਵੀ ਹੁਣ ਤੇ 50 ਤੋਂ ਉੱਤੇ ਨਹੀਂ ਹੁੰਦੇ। ਸੰਗਤ ਹੁੰਦੀ ਹੈ, ਭਰਿਆ ਹੁੰਦਾ ਗੁਰਦੁਆਰਾ, ਪਰ ਨੌਜਵਾਨ ਬੱਚੇ 15 ਸਾਲ ਤੋਂ ਲੈ ਕੇ ਜਿਹੜੇ ਹਨ
25 ਸਾਲ ਤੱਕ ਦੇ ਆਪਣੇ ਗੁਰਦੁਆਰੇ 'ਚ ਵੱਧ ਤੋਂ ਵੱਧ 30-40 ਹੁੰਦੇ। ਇਹ ਦੇਖਿਆ ਹੋਣਾ ਤੁਸੀਂ। ਤੇ ਫਿਰ ਜਿਹੜੇ ਆਉਂਦੇ ਵੀ ਹੈ ਨਾ ਲੰਗਰ ਛਕ ਕੇ ਬਸ ਹੱਥ ਧੋ ਕੇ ਉਹ ਗਏ ਉਹਨਾਂ ਨੂੰ ਭਾਂਡੇ ਮਾਂਜਣ ਦੀ ਸੇਵਾ, ਲੰਗਰ ਵਰਤਾਉਣ ਦੀ ਸੇਵਾ ਇਹ ਕੋਈ ਨਹੀਂ, ਨਾ ਅਸੀਂ ਕਹਿੰਦੇ ਆ ਨਾ ਉਹ ਕਰਦੇ ਨੇ। ਇਹਨਾਂ ਨੇ ਕੀ ਸਿੱਖ ਬਣਨਾ ਫਿਰ? ਇਹ ਸਿੱਖੀ ਜੇ ਤੁਸੀਂ ਕਹੋ ਨਾ ਵੀ ਕੱਲ੍ਹ ਨੂੰ ਤੁਹਾਡੀ ਸੇਵਾ ਕਰਨਗੇ ਬੱਚੇ, ਇਹਨਾਂ ਨੇ ਕੋਈ ਨਹੀਂ ਕਰਨੀ। ਇਸ ਕਰਕੇ ਹੁਣੇ ਹੀ ਸੰਭਲੋ, ਇਹਨਾਂ ਨੂੰ ਲਿਆਇਆ ਕਰੋ ਤੇ ਭਾਂਡੇ ਮਾਂਜਣ ਦੀ ਸੇਵਾ, ਹੋਰ ਕੋਈ ਸੇਵਾ ਜਿਹੜੀ ਮਿਲੇ ਨਾ ਸੰਗਤ 'ਚ ਲੰਗਰ ਵਰਤਾਉਣ ਦੀ, ਪਹਿਲਾਂ ਸੇਵਾ ਹੀ ਸਿੱਖਣੀ ਹੈ। ਸੇਵਾ ਸਿੱਖੀ ਨਹੀਂ ਤੇ ਆਪਾਂ ਕਹੀਏ ਵੀ ਇਹ ਬ੍ਰਹਮ ਗਿਆਨੀ ਬਣ ਜਾਣਗੇ, ਕੱਖ ਨਹੀਂ ਹੋਣਾ। ਊੜਾ ਐੜਾ ਤੇ ਆਉਂਦਾ ਨਹੀਂ ਅਜੇ। ਸਿੱਖੀ ਦਾ ਊੜਾ ਐੜਾ ਹੈ ਸੇਵਾ। ਸੇਵਾ ਤੋਂ ਬਾਅਦ ਫਿਰ ਸਿਮਰਨ ਹੈ, ਨਿਮਰਤਾ ਹੈ। ਫਿਰ ਹੰਕਾਰ ਇੰਨਾ ਬੱਚਿਆਂ 'ਚ ਪਾਇਆ ਹੋਇਆ ਵੀ ਕਿਸੇ ਬਜ਼ੁਰਗ ਨੂੰ ਗੋਡੀ ਹੱਥ ਨਹੀਂ ਲਾਉਣਾ, ਝੁਕਣਾ ਨਹੀਂ ਆਉਂਦਾ। 15-13 ਸਾਲ ਦਾ ਮੁੰਡਾ ਦਾਦੇ ਨੂੰ ਆ ਕੇ ਹੈਲੋ ਕਰੇਗਾ, ਹੱਥ ਮਿਲਾਏਗਾ। ਕੋਈ ਮਾਸੀ, ਕੋਈ ਭੂਆ, ਕੋਈ ਚਾਚੀ, ਕੋਈ ਤਾਈ, ਕੋਈ ਮਾਮੀ, ਕੋਈ ਨਾਨੀ, ਕੋਈ ਦਾਦਾ, ਕੋਈ ਦਾਦੀ, ਕੋਈ ਚਾਚਾ ਤਾਇਆ, ਨਾ ਸਭ ਨੂੰ ਬਸ ਹੈਲੋ ਹਾਈ ਹੀ ਰਹਿ ਗਿਆ। ਅਸੀਂ ਆਪਣਾ ਕਲਚਰ ਹੀ ਭੁੱਲ ਗਏ। ਪੁਰਾਣੇ ਆਪਣੇ ਸਾਡੇ ਬਜ਼ੁਰਗ ਸਿਖਾਉਂਦੇ ਸੀ, ਪੁੱਤ ਤੇਰੀ ਭੂਆ ਹੈ ਮੱਥਾ ਟੇਕ, ਗੋਡੀ ਹੱਥ ਲਾ। ਇਹ ਤੇਰਾ ਚਾਚਾ ਜੀ, ਤਾਇਆ ਜੀ, ਗੋਡੀ ਹੱਥ ਲਾ। ਇੱਥੇ ਇਹ ਗੱਲ ਨਹੀਂ ਸਿਖਾ ਰਹੇ ਸੀ। ਤੇ ਜਦੋਂ ਇਹ ਚੀਜ਼ ਨਹੀਂ ਆਉਣੀ, ਨਿਮਰਤਾ ਆਉਣੀ ਨਹੀਂ, ਹੰਕਾਰ ਹੀ ਰਹਿ ਜਾਣਾ। ਤੇ ਫਿਰ ਖਾਲਸਾ ਜੀ ਸੇਵਾ ਵੀ ਕੋਈ ਨਾ, ਤੇ ਸਿਮਰਨ ਵੀ ਕੋਈ ਨਾ, ਨਿਮਰਤਾ ਵੀ ਕੋਈ ਨਾ। ਫਿਰ ਖਾਲੀ ਦੇ ਖਾਲੀ, ਜਿਹੋ ਜਿਹੇ ਆਏ ਉਹੋ ਜਿਹੇ ਚਲੇ ਗਏ। ਕਲਚਰ ਅਸੀਂ ਆਪਣਾ ਛੱਡ ਬੈਠੇ, ਗੋਰਿਆਂ ਦੇ ਮਗਰ ਲੱਗ ਗਏ। ਠੀਕ ਹੈ, ਚੰਗੀਆਂ ਚੀਜ਼ਾਂ ਸਿੱਖੋ, ਪਰ ਗਲਤ ਚੀਜ਼ਾਂ ਜਿਹੜੀਆਂ ਨੇ ਉਹ ਨਾ ਸਿੱਖੋ। ਆਪਣੇ ਕੋਲ ਬੜਾ ਕੁਝ ਸੀਗਾ, ਬਜ਼ੁਰਗਾਂ ਨੇ ਸਾਡੇ ਕਲਚਰ 'ਚ ਬੜੀਆਂ ਮਹਾਨ ਗੱਲਾਂ ਸੀਗੀਆਂ, ਬੜੀ ਵੱਡੀਆਂ ਵਿਰਾਸਤਾਂ ਸਨ। ਬਸ ਸਿੱਧਾ ਹੈਲੋ ਹਾਏ ਕਰਨਾ, ਸਿੱਧਾ ਹੀ ਦਾਦੇ ਨੂੰ 13 ਸਾਲ ਦਾ ਮੁੰਡਾ ਆ ਕੇ ਹੱਥ ਮਿਲਾਉਣ ਲੱਗਦਾ, ਗੋਡੀ ਹੱਥ ਨਹੀਂ ਲਾਉਂਦੇ। ਸਿਖਾਇਆ ਹੀ ਨਹੀਂ ਮਾਪਿਆਂ ਨੇ, ਕਲਚਰ ਹੀ ਹੋਰ ਕਰਤਾ। ਪਤਾ ਨਹੀਂ ਕਿੱਧਰ ਚਲੇ ਗਏ ਅਸੀਂ। ਉੱਦਾਂ ਦੇ ਸਾਡੇ ਸਿੱਖ ਪ੍ਰਚਾਰਕ ਨੇ, ਉਹ ਵੀ ਕਹਿੰਦੇ ਜੀ ਫਤਿਹ ਹੀ ਬੁਲਾਓ, ਫਤਿਹ ਬੁਲਾਓ। ਪਰ ਜਿਹੜੀ ਗੱਲਾਂ ਗੁਰੂ ਸਾਹਿਬ ਜੀ ਨੇ ਕਿਹਾ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀਗਤ ਪਾਹੇ, ਉਹ ਕਦੋਂ ਕਿੱਥੇ ਜਾਣੀ ਹੈ? ਭਾਈ ਗੁਰਦਾਸ ਜੀ ਲਿਖਿਆ, ਪੈਰੀ ਪਵਨ ਨਾ ਛੋਡੀਐ ਕਲੀ ਕਾਲ ਰਹਿ ਰਾਸ ਕਰੇਈ। ਭਾਈ ਗੁਰਦਾਸ ਦੀ ਬਾਣੀ ਪੜ੍ਹੋ, ਉਹ ਕਹਿੰਦੇ ਪੈਰੀ ਪਵਨ ਨਾ ਛੋਡੀਐ, ਪੈਰੀ ਪਾਉਣਾ ਨਹੀਂ ਛੱਡਣਾ। ਬਜ਼ੁਰਗਾਂ ਦੇ, ਵੱਡਿਆਂ ਦੇ, ਆਪਣੇ ਰਿਸ਼ਤੇਦਾਰਾਂ ਦੇ, ਆਪਣੇ ਸਤਿਕਾਰਯੋਗ ਮਹਾਂਪੁਰਸ਼ਾਂ ਦੇ ਨਮਸਕਾਰ ਕਰਨੀ, ਇਹ ਮਰਜ਼ਾਦਾ ਹੈ ਪੰਥ ਦੀ। ਪਤਾ ਨਹੀਂ ਅੱਜ ਕੱਲ੍ਹ ਨਵਾਂ ਹੀ ਪੰਥ ਤੇ ਨਵੀਂ ਗ੍ਰੰਥ ਤੇ ਨਵੀਂ ਮਰਿਆਦਾ ਆਪਣੀ ਆਪਣੀ ਬਣਾ ਬੈਠੇ ਆ। ਗੁਰੂ ਸਾਹਿਬ ਕਹਿੰਦੇ ਭਾਈ ਸੇਵਾ ਤੋਂ ਬਿਨਾਂ ਗੱਲ ਨਹੀਂ ਬਣਨੀ। ਭਾਈ ਗੜੀਅਲ ਜੀ, ਭਾਈ ਮਥੁਰਾ ਦਾਸ ਜੀ ਆਪਣੇ ਬੱਚਿਆਂ ਨੂੰ ਸਿਖਾਉਂਦੇ, ਬੱਚਾ ਕੋਈ ਵੱਡਾ ਹੋਵੇ ਉਹਦੇ ਪੈਰੀਂ ਹੱਥ ਲਾਓ, ਉਹਨੂੰ ਸਤਿਕਾਰ ਨਾਲ ਆਪਣੇ ਤੋਂ ਉੱਚੀ ਥਾਂ ਤੇ ਬਿਠਾਓ, ਜਲ ਪਾਣੀ ਛਕਾਓ। ਜੇ ਅਸੀਂ ਘਰ ਹੋਈਏ ਤਾਂ ਵੀ, ਜੇ ਘਰ ਨਾ ਵੀ ਹੋਈਏ, ਸਾਡੇ ਪਿੱਛੋਂ ਵੀ ਕੋਈ ਸਿੱਖ ਆ ਜਾਏ ਉਹਨੂੰ ਜਲ ਪਾਣੀ ਛਕਾਓ। ਹਾਂਜੀ, ਜਥਾ ਸ਼ਕਤ ਭੋਜਨ ਪਟ ਦੇਵੈ। ਹਾਂ, ਭਾਵੇਂ ਬਹੁਤੇ ਅਮੀਰ ਨਹੀਂ ਸੀਗੇ, ਪਰ ਜਿੰਨੀ ਕੁ ਸੀ ਨਾ ਸਮਰੱਥਾ, ਜਿੰਨੀ ਕੁ ਤਾਕਤ ਸੀਗੀ, ਸੇਵਾ ਕਰਦੇ, ਪ੍ਰਸ਼ਾਦਾ ਛਕਾਉਣਾ। ਜਿਹੋ ਜਿਹਾ ਆਪ ਰੁੱਖਾ ਮਿੱਸਾ ਖਾਣਾ, ਘਰ ਆਏ ਨੂੰ ਉਹ ਜ਼ਰੂਰ ਛਕਾਉਣਾ। ਅਸੀਂ ਕੁਝ ਵੀ ਨਾ ਘਰ ਵਾਲੇ ਨੂੰ, ਘਰ ਆਏ ਨੂੰ ਛਕਾਈਏ, ਘੱਟੋ ਘੱਟ ਪਾਣੀ ਤਾਂ ਪੁੱਛ ਲਿਆ ਕਰੀਏ। ਸਾਧ ਸੰਗਤ ਜੀ, ਅਸੀਂ ਇੱਥੇ ਆ ਕੇ ਤਾਂ ਬਿਲਕੁਲ ਹੀ ਗਏ। ਪਹਿਲੀ ਸਾਡੀ ਮਰਜ਼ਾਦਾ ਸੀ ਪੰਜਾਬ ਦੀ ਵੀ ਕੋਈ ਆਵੇ, ਜੇ ਘਰ 'ਚ ਮਹਾਰਾਜ ਨੇ ਦਿੱਤਾ ਤੇ ਸਾਰੀ ਪ੍ਰਸ਼ਾਦਾ ਧੱਕੇ ਨਾਲ ਛਕਾਉਣਾ, ਪਰ ਜੇ ਨਹੀਂ ਤੇ ਘੱਟੋ ਘੱਟ ਪਾਣੀ ਤਾਂ ਪਿਆਣਾ। ਪਾਣੀ ਤੋਂ ਵੀ ਪਤਲੇ ਹੋ ਗਏ ਕਈ ਘਰਾਂ 'ਚ ਜਾਈਦਾ ਨਾ, ਉਹ ਪੁੱਛਦੇ ਕੋਈ ਨਹੀਂ, ਗੋਰਿਆਂ ਤਰ੍ਹਾਂ ਬਸ ਦੇਖੀ ਜਾਓ, ਬੈਠੇ ਆ, ਪਾਣੀ ਵੀ ਮੰਗ ਕੇ ਪੀਣਾ, ਪਾਣੀ ਪਿਆ ਦਿਓ। ਫਿਰ ਕੀ ਹੈ, ਸਾਡਾ ਕਲਚਰ ਕਿੱਥੇ ਗਿਆ? ਇੱਥੇ ਦੀ ਮੈਂ ਗੱਲਾਂ ਤਾਂ ਕਰ ਰਿਹਾ ਵੀ ਅਸੀਂ ਕਿੱਧਰ ਜਾ ਰਹੇ ਹਾਂ, ਥੋੜ੍ਹਾ ਜਿਹਾ ਸਮਝੀਏ ਆਪਣਾ ਕਲਚਰ, ਗੁਰੂਆਂ ਦੀ ਸਿੱਖਿਆ। ਉਹ ਕਹਿੰਦੇ ਭਾਈ ਚਥਾ ਸ਼ਕਤ, ਜਿੰਨਾ ਜੇ ਪਾਣੀ ਪਿਆ ਸਕਦੇ ਹੋ ਪਾਣੀ ਪਿਆਓ, ਜੇ ਦੁੱਧ ਪਿਆ ਸਕਦੇ ਹੋ ਦੁੱਧ ਪਿਆਓ, ਜੇ ਤੁਸੀਂ ਰੋਟੀ ਖਵਾ ਸਕਦੇ ਹੋ ਰੋਟੀ ਖਵਾਓ, ਤੇ ਜੇ ਤੁਹਾਡੇ ਕੋਲ ਕੱਪੜਾ ਹੈ, ਗਰੀਬ ਨੂੰ ਕਿਸੇ ਨੂੰ ਲੋੜ ਹੈ ਉਹਨੂੰ ਕੱਪੜਾ ਦਿਓ। ਭਾਈ ਮਥੁਰਾ ਦਾਸ, ਭਾਈ ਗੜੀਅਲ ਸਿੱਖਾਂ ਨੂੰ
ਕੱਪੜਾ ਵਸਤਰ ਦਿੰਦੇ ਹਨ ਜਿੰਨਾ ਕੁ ਹੋ ਸਕਦਾ। ਇਹ ਤਾਂ ਨਹੀਂ ਨਾ ਵੀ ਆਪਣੇ ਵਿੱਤ ਤੋਂ ਜ਼ਿਆਦਾ ਤਾਂ ਹੋ ਨਹੀਂ ਸਕਦਾ, ਜਿੰਨੀ ਕੁ ਘਰ ਦੀ ਸਮਰੱਥ ਹੈ ਓਨਾ ਕੁ ਕਰਨਾ ਚਾਹੀਦਾ। ਹਾਂਜੀ। ਭਾਈ ਮਥੁਰਾ ਦਾਸ ਨੇ ਤੇ ਭਾਈ ਗੜੀਅਲ ਨੇ ਆਪਣੇ ਪਰਿਵਾਰਾਂ ਨੂੰ ਕਿਹਾ ਹੋਇਆ, ਆਪਣੀ ਘਰ ਵਾਲੀਆਂ ਨੂੰ ਤੇ ਬੱਚਿਆਂ ਨੂੰ ਸਾਰਿਆਂ ਨੂੰ ਕਿਹਾ ਹੋਇਆ। ਹਾਂਜੀ। ਬਈ ਅਸੀਂ ਕੋਈ ਕੰਮ ਤੇ ਜਾਂਦੇ ਹਾਂ, ਸਾਡੇ ਪਿੱਛੋਂ ਜੇ ਕੋਈ ਸਿੱਖ ਆ ਜਾਵੇ, ਕਈ ਵਾਰੀ ਇਹ ਹੁੰਦਾ ਵੀ ਘਰ ਵਾਲਾ ਘਰ ਹੋਵੇ ਤੇ ਮਾਈ ਡਰਦੀ ਭਾਰੀ ਉਹਦੇ ਪ੍ਰਸ਼ਾਦਾ ਪਾਣੀ ਛਕਾ ਦਿੰਦੀ ਹੈ, ਤੇ ਪਿੱਛੋਂ ਕੋਈ ਆਵੇ ਤੇ ਕਈ ਮਾਈਆਂ ਦਰਵਾਜ਼ਾ ਬੰਦ ਕਰ ਲੈਂਦੀਆਂ। ਇਹੋ ਜਿਹਾ ਵੀ ਹੁੰਦਾ। ਉਹਨਾਂ ਨੇ ਆਪਣੀ ਘਰ ਵਾਲੀਆਂ ਨੂੰ ਵੀ ਸਿਖਾਇਆ, ਭਾਈ ਸਾਡੇ ਸਾਹਮਣੇ ਤਾਂ ਕਰਦੇ ਹੋ ਸੇਵਾ, ਸਾਡੇ ਤੋਂ ਪਿੱਛੋਂ ਵੀ ਕੋਈ ਆ ਜਾਵੇ ਤੇ ਤੁਸੀਂ ਮੱਥੇ ਤੇ ਵੱਟ ਨਹੀਂ ਪਾਉਣਾ। ਇੰਨੇ ਬੰਦੇ ਆ ਗਏ ਸਾਧ ਸੰਗਤ ਜੀ, ਅਸੀਂ ਉਹਨਾਂ ਮਾਈਆਂ ਦੇ ਦਰਸ਼ਨ ਕੀਤੇ ਜੇ 15-15 ਜੀ 20-20 ਜੀ ਆ ਜਾਣ, ਵੱਟ ਨਹੀਂ ਆਓ ਜੀ ਜੀ ਆਇਆਂ ਨੂੰ, ਮੰਜੇ ਡਾਹ ਦੇਣੇ ਘਰਾਂ 'ਚ, ਉਧਰੋਂ ਤੰਦੂਰ ਧਾ ਲੈਣਾ ਤੇ ਫਟਾਫਟ ਤੰਦੂਰ ਤੇ ਪ੍ਰਸ਼ਾਦੇ ਲਾਈ ਜਾਣੇ ਤੇ ਉਧਰ ਦਾਲ ਬਣੀ ਤੇ ਸਾਰਿਆਂ ਨੂੰ ਪ੍ਰਸ਼ਾਦਾ ਛਕਾ ਦੇਣਾ। ਜਿਹੋ ਜਿਹਾ ਬਣੇ ਰੁੱਖਾ ਮੇਸਾ, ਜਿਹੋ ਜਿਹਾ ਬਣੇ ਛਕਾਣਾ ਜ਼ਰੂਰ। ਹੁੰਦੇ ਸੁਣਦੇ ਮੱਥੇ ਵੱਟ ਨਹੀਂ ਪਾਉਂਦੇ ਸੀਗੇ। ਇਹ ਅਸੀਂ ਦੇਖਿਆ ਹੈ ਗਰੀਬ ਤੋਂ ਗਰੀਬ ਘਰਾਂ ਦੇ ਵਿੱਚ ਵੀ ਇੱਦਾਂ ਸੀ। ਇਹ ਗੁਰੂ ਸਾਹਿਬ ਦੀ ਸਿੱਖਿਆ ਸੀ, ਧੰਨ ਗੁਰੂ ਨਾਨਕ ਦੇਵ ਜੀ ਦੀ। ਹਾਂਜੀ। ਹਾਂ, ਆਪਣੀ ਘਰ ਵਾਲੀਆਂ ਨੂੰ ਕਹਿਤਾ, ਆਪਣੇ ਬੱਚਿਆਂ ਨੂੰ ਕਹਿਤਾ ਵੀ ਜਿਵੇਂ ਅਸੀਂ ਸਿੱਖਾਂ ਦੀ ਸੇਵਾ ਕਰਦੇ ਹਾਂ ਨਾ, ਸਾਡੇ ਪਿੱਛੋਂ ਵੀ ਤੁਸੀਂ ਕਰਨੀ ਹੈ ਭਾਈ। ਹਾਂਜੀ। ਭੋਜਨ ਬਸਨ ਦੇਖ ਕਰ ਦੇਵਾ। ਹਾਂ, ਜੇ ਕੋਈ ਲੋੜਵੰਦ ਕੱਪੜੇ ਵਾਲਾ ਉਹਨੂੰ ਕੱਪੜਾ ਦਿਓ, ਜੇ ਕਿਸੇ ਨੇ ਪ੍ਰਸ਼ਾਦਾ ਛਕਣਾ ਪ੍ਰਸ਼ਾਦਾ ਛਕਾਓ, ਕਿਸੇ ਨੂੰ ਪਾਣੀ ਪੀਣਾ ਦੁੱਧ ਪੀਣਾ, ਜੋ ਤੁਹਾਡੇ ਘਰ ਹੈ ਭਾਈ ਛਕਾਉਣਾ ਜ਼ਰੂਰ ਹੈ। ਹੁੰਦੇ ਸੁਣਦੇ ਕਦੀ ਨਹੀਂ ਨਾ ਕਰਨੀ। ਹਾਂਜੀ। ਤਬ ਸਿੱਖਣ ਗਨ ਕਰਕੇ ਪਾਸ। ਸਾਧ ਸੰਗਤ ਜੀ, ਇਸ ਗੱਲ ਦਾ ਜ਼ਿਕਰ ਗੁਰੂ ਸਾਹਿਬ ਕੋਲ ਪਹੁੰਚ ਗਿਆ। ਪੰਜਵੇਂ ਪਾਤਸ਼ਾਹ ਕੋਲ ਕਈ ਸਿੱਖਾਂ ਨੇ ਆ ਕੇ ਦੱਸਿਆ। ਹਾਂਜੀ। ਕਿ ਗੁਰੂ ਜੀ ਤੁਹਾਡੇ ਦੋ ਸਿੱਖ ਨੇ, ਭਾਈ ਗੜੀਅਲ ਤੇ ਭਾਈ ਮਥੁਰਾ ਦਾਸ, ਧਨ ਹੀ ਕਮਾਈ ਹੈ ਉਹਨਾਂ ਦੀ, ਆਪ ਮਿਹਨਤ ਕਰਦੇ ਨੇ ਤੇ ਉਹਦੇ ਮਿਹਨਤ ਵਿੱਚੋਂ ਦਸਵੰਧ ਕੱਢਦੇ ਨੇ ਤੇ ਆਏ ਗਏ ਸਿੱਖਾਂ ਵਾਸਤੇ ਘਰ 'ਚ ਲੰਗਰ ਲਾਈ ਰੱਖਦੇ ਨੇ। ਉਹਨਾਂ ਦੀਆਂ ਘਰ ਵਾਲੀਆਂ ਵੀ ਧਨ ਨੇ ਤੇ ਬੱਚੇ ਵੀ ਧਨ ਨੇ, ਬਈ ਉਹ ਆਏ ਗਏ ਨੂੰ ਪ੍ਰਸ਼ਾਦਾ ਰੁੱਖਾ ਮਿੱਸਾ ਜਿਹੋ ਜਿਹਾ ਹੋਵੇ ਛਕਾਉਂਦੇ ਨੇ ਬੜੇ ਭਾਵਨਾ ਨਾਲ। ਹਾਂਜੀ। ਸੇਵਾ ਕੇ ਰੰਗ ਮਹਿ ਇਹ ਰਾਤੇ। ਕਿ ਸਿੱਖਾਂ ਨੇ ਦੱਸਿਆ ਗੁਰੂ ਜੀ ਭਾਈ ਗੜੀਅਲ ਤੇ ਭਾਈ ਮਥੁਰਾ ਦਾਸ ਸੇਵਾ ਦੇ ਰੰਗ 'ਚ ਰੰਗੇ ਹੋਏ ਨੇ। ਹਾਂਜੀ। ਤੁਮ ਸਮ ਲਖੈ ਜੋ ਸਿੱਖ ਘਰ ਜਾਤੇ। ਇਹ ਮਹਾਰਾਜ ਉਹ ਸਿੱਖਾਂ ਨੂੰ ਸਿੱਖ ਨਹੀਂ ਸਮਝਦੇ, ਉਹ ਸਿੱਖਾਂ ਨੂੰ ਗੁਰੂ ਸਮਝਦੇ ਨੇ। ਵੀ ਸਾਡੇ ਘਰ ਸਿੱਖ ਨਹੀਂ ਆਇਆ, ਸਾਡੇ ਘਰ ਗੁਰੂ ਸਾਹਿਬ ਆ ਗਏ। ਇਹ ਸਾਧ ਸੰਗਤ ਜੀ, ਅਸਲ ਵਿੱਚ ਸਿੱਖ ਗੁਰੂ ਦਾ ਹੀ ਰੂਪ ਹੁੰਦਾ ਹੈ। ਜੇ ਸਮਝ ਹੋਵੇ ਤਾਂ, ਸੋਝੀ ਹੋਵੇ ਤਾਂ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਚੁਣ ਕੱਢੇ ਲੱਧੋ ਵਾਰੇ। ਉਹ ਮਹਾਰਾਜ ਤੁਹਾਡਾ ਰੂਪ ਸਮਝ ਕੇ ਸਿੱਖਾਂ ਦੀ ਸੇਵਾ ਕਰਦੇ ਨੇ। ਹਾਂਜੀ। ਸੁਣ ਬਹੁਤ ਖੁਸ਼ੀ ਕੀਨ ਤਿਸ ਕਾਲ। ਗੁਰੂ ਅਰਜਨ ਦੇਵ ਜੀ ਸੁਣ ਕੇ ਬੜੇ ਖੁਸ਼ ਹੋਏ, ਬਹੁਤ ਪ੍ਰਸੰਨ ਹੋਏ। ਕਹਿਣ ਲੱਗੇ ਭਾਈ ਗੜੀਅਲ ਭਾਈ ਮਥੁਰਾ ਦਾਸ ਗੁਰੂ ਨਾਨਕ ਦੇ ਪਿਆਰੇ ਸਿੱਖ ਨੇ। ਹਾਂਜੀ। ਜਨਮ ਮਰਨ ਤਜ ਪਏ ਨਿਹਾਲ। ਉਹਨਾਂ ਦਾ ਜਨਮ ਮਰਨ ਅਸੀਂ ਕੱਟ ਦਿੱਤਾ, ਉਹ ਨਿਹਾਲ ਹੋ ਗਏ, ਉਹਨਾਂ ਦੀ 84 ਕੱਟੀ ਗਈ। ਹਾਂਜੀ। ਸਕਲ ਸ਼ਕਤ ਜੁਤ ਤਤ ਛਿਨ ਪਏ। ਉਹ ਸਾਧ ਸੰਗਤ ਜੀ ਸਾਰੀਆਂ ਸ਼ਕਤੀਆਂ ਦੇ ਨਾਲ ਸੰਯੁਕਤ ਹੋ ਗਏ, ਨਿਹਾਲ ਹੋ ਗਏ। ਹਾਂਜੀ। ਅੰਤ ਪਰਮ ਪਦ ਸੋ ਮਿਲ ਗਏ। ਅੰਤ ਪਰਮ ਪਦਵੀ ਨੂੰ ਪ੍ਰਾਪਤ ਹੋਏ। ਇੱਥੇ ਵੀ ਸੰਸਾਰ ਵਿੱਚ ਵੀ ਜੈ ਜੈਕਾਰ ਤੇ ਅੱਗੇ ਵੀ ਜੈ ਜੈਕਾਰ ਹੋਈ ਉਹਨਾਂ ਗੁਰਸਿੱਖਾਂ ਦੀ। ਸੋ ਸਾਧ ਸੰਗਤ ਜੀ, ਇਸ ਤੋਂ ਅੱਗੇ ਹੋਰ ਪ੍ਰਸੰਗ ਹਨ ਜਿਹੜੇ ਗੁਰੂ ਮਹਾਰਾਜ ਦੇ ਗੁਰਸਿੱਖਾਂ ਦੇ, ਆਪਾਂ ਅਗਲੇ ਦਿਨਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ।